ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਹੋ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰਜਨਾ। ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ। ਕਰ ਕਿਰਪਾ ਦਿਆ ਮਿਲਾਏ ਫਲ ਗੁਣ ਆਨੰਦ ਉਪਾਰਜਨਾ। ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ। ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ। ਹੁਣ ਦੁੱਖਾ ਨਾਹੀ ਜਾਏ ਇਛ ਪੁਨੇ ਵਡ ਭਾਗਣੀ। ਵਰ ਪਾਇਆ ਹਰ ਰਾਏ ਮਿਲ ਸਹੀਆਂ ਮੰਗਲ ਗਾਵੇ। ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸਈ। ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸੁਵਾਰਿਉਣ ਨਿਹਚਲ ਦਿੱਤਿਅਣ ਜਾਏ। ਸੰਸਾਰ ਸਾਗਰ ਤੇ ਰੱਖਿਅਣ ਬਹੁੜ ਨ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ ਜਿਸ ਨਾਉ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸਾਚ ਖਰੇ। ਸਰਬ ਸੁਖਾਂ ਨਿਤ ਚਰਨ ਹਾਰ ਭਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆਂ ਬਿਖਿਆ ਨਾਹਿ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ। ਪਾਰ
ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਥਰੇ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ ਤੋਂ ਫੱਗਣ ਦੇ ਮਹੀਨੇ ਨੂੰ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਹਰ ਮਹੀਨੇ ਦੀ ਤਰ੍ਹਾਂ ਜਿੱਥੇ ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਆਪਣੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਲੈ ਕੇ ਹਾਜ਼ਰੀਆਂ ਭਰਨੇ ਹਾਂ, ਉੱਥੇ ਹਰ ਮਹੀਨੇ ਗੁਰੂ ਸਾਹਿਬ ਜੀ ਮਹੀਨੇ ਦੇ ਰਾਹੀਂ ਸਾਨੂੰ ਇੱਕ ਉਪਦੇਸ਼ ਦੇ ਕੇ ਤੁਰਦੇ ਨੇ ਭਾਈ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ। ਜੇ ਤੂੰ ਆਪਣੀ ਗੱਲ ਸੁਣਾ ਕੇ ਚੱਲਿਆ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ, ਸਿੱਖਾਂ ਫਿਰ ਸਾਡੀ ਗੱਲ ਇਹ ਬਿਲਕੁਲ ਸੁਣ ਕੇ ਜਾਈ, ਉਹਨੂੰ ਚੇਤੇ ਦੇ ਵਿੱਚ ਰੱਖੀ। ਸੱਚਮੁੱਚ ਭਾਵਨਾ ਪੂਰੀਆਂ ਹੋਣਗੀਆਂ ਔਰ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ। ਆਓ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਫਲ ਗੁਣ ਫੱਗਣ ਦੇ ਮਹੀਨੇ ਵਿੱਚ ਆਨੰਦ ਉਪਾਰਜਣਾ, ਉਪਜਣਾ, ਉਹਨਾਂ ਜਨਾਂ ਦੇ ਉਹਨਾਂ ਸੇਵਕਾਂ ਦੇ ਹਿਰਦਿਆਂ ਦੇ ਵਿੱਚ ਆਨੰਦ ਪੈਦਾ ਹੋ ਗਿਆ, ਉਪਜ ਗਿਆ। ਕਿੰਨਾ ਦੇ ਕਹਿੰਦੇ ਹਰ ਸੱਜਣ ਪ੍ਰਗਟੇ ਆਏ। ਹੁਣ ਸੱਜਣ ਕਿਵੇਂ ਪ੍ਰਗਟ ਹੋਣਾ, ਕਿੰਨਾ ਦੇ ਅੰਦਰ ਪ੍ਰਗਟ ਹੋਇਆ? ਸਤਿਗੁਰੂ ਜੀ ਦੇ ਪਾਵਨ ਬਚਨ ਭਾਵੇਂ ਆਪਾਂ 12 ਮਹੀਨਿਆਂ ਦੇ ਵਿੱਚ ਇੱਕ ਮਹੀਨੇ ਨੂੰ ਮੁੱਖ ਰੱਖ ਕੇ ਦੀ ਕਥਾ ਕਰਦੇ ਹਾਂ, ਸਰਲੇਖ ਵੀ 12 ਮਾਹ ਹੈ, ਪਰ ਇਸ ਪਾਵਨ ਬਾਣੀ ਦੀਆਂ 14 ਪੌੜੀਆਂ ਨੇ। ਔਰ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲੀ ਪੌੜੀ ਦੇ ਵਿੱਚ ਜਦੋਂ ਸ਼ੁਰੂ ਕਰਦੇ ਨੇ ਉੱਥੇ ਇੱਕ ਅਰਦਾਸ ਬੇਨਤੀ ਹੈ। ਔਰ ਅਰਦਾਸ ਬੇਨਤੀ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਦਾ ਚਿੱਤ ਆਪਣੇ ਗੁਰੂ ਦੇ ਨਾਲ ਜੁੜਿਆ ਨਹੀਂ, ਉੱਥੇ ਅਰਦਾਸ ਹੈ
ਕਿ ਉਹਨਾਂ ਦੇ ਹਿਰਦਿਆਂ ਦੇ ਅੰਦਰ, ਉਹਨਾਂ ਦੇ ਜੀਵਨ ਦੇ ਅੰਦਰ ਇੱਕ ਖੁਸ਼ਕੀ, ਇੱਕ ਰੁੱਖਾਪਣ, ਇੱਕ ਸੁੱਕਾਪਣ ਪੈਦਾ ਹੁੰਦਾ ਹੈ। ਔਰ ਉਹਨਾਂ ਦਾ ਜੀਵਨ ਸਤਿਗੁਰੂ ਜੀ ਨੇ 3 ਉਦਾਹਰਨਾਂ ਪਹਿਲੀ ਪੌੜੀ ਦੇ ਵਿੱਚ ਦੇ ਕੇ ਸਮਝਾਇਆ। ਔਰ ਦੇਖੋ ਅੱਜ ਇਹ ਫਲ ਕਿਵੇਂ ਮਿਲਣਾ ਹੈ, ਆਨੰਦ ਕਿਵੇਂ ਪੈਦਾ ਹੋਣਾ ਹੈ। ਉਹ ਗੁਰੂ ਸਾਹਿਬ ਜੀ ਨੇ ਜਦੋਂ ਸ਼ੁਰੂ ਕੀਤਾ ਤੇ ਕਿਹਾ ਜੀਵਨ ਰੱਬ ਨੂੰ ਭੁੱਲ ਕੇ ਇਸ ਤਰ੍ਹਾਂ ਹੈ। 3 ਉਦਾਹਰਨਾਂ ਦੇ ਕੇ ਸਮਝਾਇਆ ਸੀ ਕਿ ਜਿਵੇਂ ਇੱਕ ਗਾਂ ਹੈ, ਦੁੱਧ ਦਿੰਦੀ ਹੋਵੇ ਤੇ ਸੇਵਾ ਬੜੀ ਹੈ, ਪਰ ਉਹ ਹੀ ਗਾਂ ਜਿੱਦਣ ਦੁੱਧ ਦੇਣੋਂ ਬੰਦ ਹੋ ਜੇ ਔਰ ਇਹ ਆਸ ਵੀ ਨਾ ਹੋਵੇ ਕਿ ਦੁਬਾਰੇ ਪਰਤ ਕੇ ਨੇ ਕਦੇ ਦੁੱਧ ਦੇਣਾ ਹੈ, ਫਿਰ ਉਸ ਗਾਂ ਨੂੰ ਜ਼ਿਮੀਦਾਰ ਆਪਣੇ ਕਿੱਲੇ ਦੇ ਨਾਲ ਬੰਨ੍ਹ ਕੇ ਰੱਖਦਾ ਨਹੀਂ। ਇਹ ਹਕੀਕਤ ਹੈ। ਉਹ ਫਿਰ ਭਾਵੇਂ ਕਿਸੇ ਦੇ ਵਿੱਚ ਵੱਜੇ, ਕੋਈ ਮਾਰੇ, ਜਦੋਂ ਤੱਕ ਕਿੱਲੇ ਨਾਲ ਵੱਜੇ ਹੈ ਮਾਲਕ ਵੀ ਉਹਦੀ ਹਿਫਾਜ਼ਤ ਕਰਦਾ ਹੈ। ਕੋਈ ਡੰਗਰ ਆ ਕੇ ਨਾ ਮਾਰੇ, ਕੋਈ ਸੋਟਾ ਨਾ ਮਾਰ ਜੇ, ਡੰਡਾ ਨਾ ਮਾਰੇ। ਪਰ ਬਿਲਕੁਲ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਰੱਬ ਨੂੰ ਭੁੱਲ ਜਾਈਏ ਫਿਰ ਉਸ ਗਾਂ ਦੀ ਤਰ੍ਹਾਂ ਜੀਵਨ ਬਣਦਾ ਹੈ ਜਿਹੜੀ ਦਰ-ਦਰ ਦੇ ਥਾਂ-ਥਾਂ 'ਤੇ ਕੇਵਲ ਠੋਕਰਾਂ ਖਾਂਦੀ ਹੈ। ਦੂਸਰੇ ਉਦਾਹਰਣ ਦਿੰਦੇ ਨੇ ਕਿ ਜੇ ਅੰਦਰ ਨਾਮ ਨਹੀਂ ਤੇ ਉਦਾਹਰਣ ਦਿੱਤੇ ਕਿ ਫਸਲ ਜਿਹੜੀ ਹੈ ਉਹ ਜਿੰਨੇ ਮਰਜ਼ੀ ਉਪਜਾਊ ਜ਼ਮੀਨ ਦੇ ਵਿੱਚ ਬੀਜ ਲਈਏ, ਉੱਗ ਵੀ ਜਾਏ, ਹਰੀ ਹਰੀ ਵੀ ਹੋ ਜਾਏ, ਪਰ ਜੇ ਉਹਨੂੰ ਪਰਤ ਕੇ ਮੀਂਹ ਨਾ ਪਵੇ ਜਾਂ ਪਾਣੀ ਨਾ ਮਿਲੇ ਤਾਂ ਕੀਤੀ ਹੋਈ ਮਿਹਨਤ ਕਿਸੇ ਵੀ ਕੰਮ ਦੀ ਨਹੀਂ, ਉਹ ਫਸਲ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ, ਕਿਉਂਕਿ ਪਾਣੀ ਤੋਂ ਬਿਨਾਂ ਤਾਂ ਸੜਦੀ ਹੈ ਨਾ। ਇਸੇ ਤਰ੍ਹਾਂ ਦਾ ਮਨੁੱਖ ਦਾ ਜੀਵਨ ਹੈ, ਬਾਣੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸੜ ਜਾਂਦਾ ਹੈ। ਔਰ ਉੱਥੇ ਸਤਿਗੁਰੂ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਧੇਣ ਦੁੱਧੈ ਤੇ ਬਾਹਰੇ ਕਿਤੇ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੇ ਉਪਜੈ ਨਾਹੀ ਦਾਮ। ਔਰ ਬਿਲਕੁਲ ਇਸੇ ਤਰ੍ਹਾਂ ਦਾ ਜੀਵਨ ਹੈ, ਜਲ ਤੋਂ ਬਿਨਾਂ ਜਿਵੇਂ ਫਸਲ ਦਾ ਹੈ। ਔਰ ਜਦੋਂ ਮਹੀਨਿਆਂ ਦੀ ਲੜੀ ਸ਼ੁਰੂ ਕੀਤੀ, ਚੇਤ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਕਿ ਸਿੱਖਾ ਤੂੰ ਅਰਦਾਸ ਕਰਨ ਆਇਆ ਮਹੀਨੇ ਦੇ ਪਹਿਲੇ ਦਿਨ, ਤੇ ਤੇਰੀ ਅਰਦਾਸ ਜ਼ਰੂਰ ਪੂਰੀ ਹੋਵੇਗੀ। ਔਰ ਚੇਤ ਦੇ ਮਹੀਨੇ ਵਿੱਚ ਸਾਨੂੰ ਸੁਚੇਤ ਕਰਕੇ ਸਮਝਾਇਆ ਸੀ ਕਿ ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਘਣਾ। ਇਸ ਲੜੀ ਨੂੰ ਕਿਤੇ ਧਿਆਨ ਨਾਲ ਦੇਖੋ। ਅੱਜ ਕਹਿੰਦੇ ਨੇ ਫਲ ਗੁਣ ਆਨੰਦ ਉਪਾਰਜਨ। ਪਹਿਲੇ ਮਹੀਨੇ ਦੇ ਵਿੱਚ ਕਿਹਾ ਸੀ ਤੂੰ ਚਿੱਤ ਅੰਦਰ ਬੜਾ ਆਨੰਦ, ਘਣਾ ਆਨੰਦ ਪੈਦਾ ਹੋਵੇਗਾ। ਔਰ ਇਹ ਕਹਿ ਲਈਏ ਕਿ ਜਦੋਂ 12 ਪੌੜੀਆਂ ਇੱਕ ਇੱਕ ਪੌੜੀ ਕਰਕੇ ਸਿੱਖ ਆਪਣੇ ਆਤਮਿਕ ਜੀਵਨ ਦੀ ਉਚਾਈ 'ਤੇ ਚੜ੍ਹਿਆ, ਉਦੋਂ ਇਹ ਆਨੰਦ ਪੈਦਾ ਹੋਇਆ। ਚੇਤਰ ਦੇ ਮਹੀਨੇ ਵਿੱਚ ਕਹਿੰਦੇ ਨੇ ਚੇਤ ਗੋਬਿੰਦ ਆਰਾਧੀਐ ਹੋਵੈ ਆਨੰਦ ਘਣਾ। ਔਰ ਬੜਾ ਘਣਾ ਆਨੰਦ ਹੋਏਗਾ ਕਦੋਂ? ਜਦੋਂ ਸੱਜਣ ਅੰਦਰ ਆ ਕੇ ਪ੍ਰਗਟ ਹੋ ਗਏ, ਤੇ ਇਹ ਆਨੰਦ ਆਪਣੇ ਆਪ ਮਿਲ ਜਾਏਗਾ ਜੀ। ਉੱਥੇ ਗੁਰੂ ਸਾਹਿਬ ਨੇ ਸਮਝਾਇਆ ਸੀ, ਅੱਜ ਵੀ ਉਹੀ ਕਿਰਪਾ ਕਰਕੇ ਬਚਨ ਕਰਦੇ ਨੇ। ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ। ਇਹ ਆਨੰਦ ਗੁਰੂ ਦੀ ਸੰਗਤ ਕਰਕੇ, ਜਪਣ ਵਾਲਿਆਂ ਦੀ ਸੰਗਤ ਕਰਕੇ, ਸੰਤ ਜਨਾਂ ਨੂੰ ਮਿਲ ਕੇ ਫਿਰ ਆਨੰਦ ਆਏਗਾ। ਤੇ ਜਿੱਦਣ ਇਹ ਆਨੰਦ ਆ ਗਿਆ, ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਦੋਂ ਨੇ ਸਮਝੇ ਕਿ ਰੱਬ ਵੀ ਤੇਰੇ ਅੰਦਰ ਪ੍ਰਗਟ ਹੋ ਗਿਆ। ਫਲ ਗੁਣ ਆਨੰਦ ਉਪਾਰਜਣਾ। ਜੇ ਆਨੰਦ ਪੈਦਾ ਹੋਇਆ ਨਾਲ ਕਹਿੰਦੇ ਸੱਜਣ ਪ੍ਰਗਟੇ ਆਏ, ਕਿਉਂਕਿ ਆਨੰਦ ਤੇ ਸੱਜਣ ਨੇ ਵੱਖੋ ਵੱਖ ਨਹੀਂ ਆਉਣਾ। ਜਿੱਦਣ ਆਨੰਦ ਹੈ ਉਦਣ ਹੀ ਅੰਦਰ ਸੱਜਣ ਨੇ ਆਉਣਾ ਹੈ। ਔਰ ਫਿਰ ਸਵਾਲ ਪੈਦਾ ਹੋਵੇਗਾ ਕਿ ਸੱਜਣ ਪਹਿਲੋਂ ਅੰਦਰ ਨਹੀਂ ਸੀ, ਉਹ ਰੱਬ ਪਹਿਲੋਂ ਅੰਦਰ ਨਹੀਂ ਸੀ। ਤੇ ਗੁਰੂ ਸਾਹਿਬ ਨੇ ਪਾਵਨ ਬਚਨਾਂ 'ਚ ਜਿਹੜੇ ਕਹੇ ਨੇ, ਇਹ ਧਿਆਨ ਨਾਲ ਵਾਚਣ ਵਾਲੇ ਨੇ। ਕਹਿੰਦੇ ਹਰ ਸੱਜਣ ਪ੍ਰਗਟੇ ਆਏ ਹੈ ਤੇ ਸੀ, ਪਰ ਪ੍ਰਗਟ ਅੱਜ ਹੋਇਆ ਹੈ। ਦੇਖੋ ਧਰਤੀ ਸਾਰੀ ਦੇ ਵਿੱਚ ਪਾਣੀ ਹੈ, ਪਰ ਪ੍ਰਗਟ ਤੇ ਉੱਥੇ ਹੀ ਹੋਵੇਗਾ ਨਾ ਜਿੱਥੇ ਕੋਈ ਮਿਹਨਤ ਕਰੇਗਾ, ਕੋਈ ਨਲਕਾ ਲਾਏਗਾ, ਕੋਈ ਬੋਰ ਕਰੇਗਾ। ਸੱਜਣ ਪ੍ਰਗਟੇ ਆਏ, ਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਤੇ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ,
ਜਿਹਨੂੰ ਬਾਣੀ ਦੇ ਵਿੱਚ ਪਾਵਨ ਬਚਨ ਕਹੇ ਨੇ ਕਿ ਸਭਨੇ ਘਟੀ ਸਹੁ ਵਸੈ, ਸਹਿ ਬਿਨ ਘਟ ਨਾ ਕੋਏ। ਉਸ ਸੱਜਣ ਤੋਂ ਬਿਨਾਂ, ਮਾਲਕ ਤੋਂ ਬਿਨਾਂ ਤਾਂ ਕੋਈ ਹਿਰਦਾ ਘਰ ਹੈ ਹੀ ਨਹੀਂ, ਉਹ ਸਾਰਿਆਂ ਦੇ ਵਿੱਚ ਹੀ ਹੈ। ਤੇ ਫਿਰ ਪ੍ਰਗਟ ਕਿਤੇ ਕਿਤੇ ਕਿਉਂ ਹੁੰਦਾ ਹੈ ਜੀ? ਕਹਿੰਦੇ ਸਭਨੇ ਘਟੀ ਸਹੁ ਵਸੈ, ਸਹਿ ਬਿਨ ਘਟ ਨਾ ਕੋਏ। ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਅਸਲ ਵਿੱਚ ਸੁਹਾਗਵੰਤੀਆਂ ਉਹ ਨੇ, ਸੁਹਾਗ ਵਾਲੀਆਂ ਉਹ ਜੀਵ ਰੂਪੀ ਇਸਤਰੀਆਂ ਖਲੋਂਦੀਆਂ ਨੇ ਕਿ ਜਿਨ੍ਹਾਂ ਦੇ ਅੰਦਰ ਇਹ ਸਾਈਂ ਹੈ ਤੇ ਸਹੀ। ਤੇ ਸੁਹਾਗਵੰਤੀਆਂ ਉਦੋਂ ਬਣਨੀਆਂ ਨੇ ਜਦੋਂ ਪ੍ਰਗਟ ਹੋ ਜਾਣਾ ਹੈ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੈ ਤੇ ਸਾਰੀਆਂ ਥਾਵਾਂ 'ਤੇ, ਸਭ ਦੇ ਵਿੱਚ ਹੈ, ਕੇਵਲ ਮਨੁੱਖ ਦੇ ਵਿੱਚ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਜੋਤ ਸਾਰਿਆਂ ਦੇ ਵਿੱਚ ਹੈ। ਤੇ ਫਿਰ ਪ੍ਰਗਟ ਕਿੱਥੇ ਹੋਏਗੀ ਜੀ? ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹਨੇ ਗੁਰੂ ਦੀ ਸਾਖੀ, ਗੁਰੂ ਦੇ ਬਚਨਾਂ ਨੂੰ ਮੰਨ ਲਿਆ। ਜਾਂ ਇਹ ਕਹਿ ਲਈਏ ਕਿ ਜਿਹਦੇ ਅੰਦਰ ਗੁਰੂ ਦੇ ਬਚਨ ਟਿਕ ਗਏ, ਜਿਨ੍ਹਾਂ ਨੂੰ ਭਰੋਸਾ ਹੋ ਗਿਆ, ਉੱਥੇ ਪ੍ਰਗਟ ਹੋ ਗਿਆ। ਤੇ ਜਿੱਦਣ ਸੱਜਣ ਪ੍ਰਗਟ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਨੇ ਉਦਣ ਹੀ ਤੇ ਉਦੋਂ ਹੀ ਉਸੇ ਪਾਲੀ ਆਨੰਦ ਪੈਦਾ ਹੋਣਾ ਹੈ। ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਸੱਜਣ ਪ੍ਰਗਟ ਹੋ ਗਏ ਤੇ ਅੰਦਰ ਆਨੰਦ ਉਪਜ ਗਿਆ, ਆਨੰਦ ਪੈਦਾ ਹੋ ਗਿਆ। ਕਿਉਂਕਿ ਜਦੋਂ ਆਨੰਦ ਅੰਦਰ ਆਵੇਗਾ ਤੇ ਫਿਰ ਇਹ ਜਿਹੜੇ ਵਿਕਾਰਾਂ ਤੋਂ ਡਰ ਲੱਗਦਾ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗੁਰੂ ਸਾਹਿਬ ਜੀ ਇਹਨਾਂ ਨੂੰ ਚੋਰ ਕਹਿੰਦੇ ਨੇ, ਗੁਰੂ ਸਾਹਿਬ ਜੀ ਇਹਨਾਂ ਨੂੰ ਮਹਾਬਲੀ ਕਹਿੰਦੇ ਨੇ। ਇਹ ਵਿਕਾਰਾਂ ਤੋਂ ਜਿਨ੍ਹਾਂ ਤੋਂ ਡਰ ਲੱਗਦਾ ਸੀ ਕਿ ਕਿਵੇਂ ਇਹਨਾਂ ਤੋਂ ਬਚਿਆ ਜਾਏ, ਜਿੱਦਣ ਅੰਦਰ ਆਨੰਦ ਆਉਣਾ ਹੈ ਨਾ, ਫਿਰ ਉਦਣ ਅੰਦਰੋਂ ਹੀ ਆਵਾਜ਼ ਆਉਣੀ ਹੈ ਕਿ ਹੁਣ ਤੁਸੀਂ ਵਿੱਚੋਂ ਨਿਕਲ ਜਾਓ, ਤੁਸੀਂ ਭੱਜ ਜਾਓ। ਕਿਉਂ ਜੀ? ਹੁਣ ਸੱਜਣ ਪ੍ਰਗਟ ਹੋ ਗਏ ਨੇ, ਹਰ ਸੱਜਣ ਪ੍ਰਗਟੇ ਆਏ। ਤੇ ਉੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਵਨ ਬਚਨ ਕਰਦੇ ਨੇ, ਨਸ ਵੰਜੋ ਕਿਲ ਵਿਕੋ, ਕਰਤਾ ਘਰੇ ਆਇਆ, ਤੁਸੀਂ ਭੱਜ ਜਾਓ। ਕਹਿੰਦੇ ਦੁੱਤੈ ਹੈ ਦਹਿਣ ਭਇਆ, ਗੋਬਿੰਦ ਪ੍ਰਗਟਾਇਆ। ਇਹਨਾਂ ਦਾ ਨਾਸ਼ ਕਰਨ ਵਾਲਾ, ਇਹਨਾਂ ਪਾਪਾਂ ਨੂੰ ਸਾੜਨ ਵਾਲਾ ਅੰਦਰ ਗੋਬਿੰਦ ਪ੍ਰਗਟਾਇਆ। ਹਰ ਸੱਜਣ ਪ੍ਰਗਟੇ ਆਏ, ਉਹ ਗੋਬਿੰਦ ਪ੍ਰਗਟ ਹੋ ਗਏ। ਤੁਸੀਂ ਹੁਣ ਭੱਜ ਜਾਓ, ਤੁਹਾਡੀ ਥਾਂ ਨਹੀਂ। ਤੁਹਾਨੂੰ ਮੇਰੇ ਉਸ ਗੋਬਿੰਦ ਨੇ, ਰੱਬ ਨੇ, ਪਰਮੇਸ਼ਰ ਨੇ ਸਾੜ ਦੇਣਾ ਹੈ। ਕਹਿੰਦੇ ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਇੱਕ ਤੇ ਸੱਜਣ ਪ੍ਰਗਟ ਹੋ ਗਏ ਤੇ ਅੰਦਰ ਆਨੰਦ ਆ ਗਿਆ। ਔਰ ਦੂਜਾ ਫੱਗਣ ਦਾ ਮਹੀਨਾ ਚੜ੍ਹਿਆ ਹੈ, ਰੁੱਤ ਦੇ ਮੁਤਾਬਕ ਵੀ ਇਸ ਮਹੀਨੇ ਵਿੱਚ ਬੜਾ ਆਨੰਦ ਹੈ। ਜਿੱਥੇ ਲੋਕ ਹੋਲੀ ਖੇਡਦੇ ਨੇ, ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿਰਪਾ, ਔਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ, ਇਹ ਤੇ ਰੰਗ ਪਾਉਣ ਵਾਲੇ ਜਿਹੜੇ ਇੱਕ ਦੂਜੇ ਨੂੰ ਗੰਦਾ ਕਰਨ ਵਾਲਾ ਸਭ ਹੈ। ਪਰ ਜਿੱਦਣ ਸੱਜਣ ਪ੍ਰਗਟ ਹੋ ਜਾਣਾ, ਸੱਚਮੁੱਚ ਅੰਦਰ ਜਿਹੜਾ ਹੈ ਉਵੇਂ ਦਾ ਖੜਾ, ਉਵੇਂ ਦਾ ਰੰਗ ਬਣਦਾ ਹੈ, ਉਦਣ ਆਨੰਦ ਆਉਂਦਾ ਹੈ। ਉੱਥੇ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਨਾਨਕ ਤਿਨਾ ਬਸੰਤ ਹੈ। ਬਸੰਤ ਦੀ ਰੁੱਤ ਸ਼ੁਰੂ ਹੋਈ, ਪਰ ਬਸੰਤ ਹੈ ਕਿਹਨਾਂ ਵਾਸਤੇ? ਕਿ ਜਿਨ੍ਹਾਂ ਦੇ ਅੰਦਰ ਹਰ ਸੱਜਣ ਪ੍ਰਗਟੇ ਆਏ। ਬਸੰਤ ਅਸਲ ਵਿੱਚ ਉਹਨਾਂ ਦੇ ਤੇ ਉਹਨਾਂ ਦੇ ਫਿਰ 12 ਮਹੀਨੇ ਬਸੰਤ ਹੈ, ਹਰ ਪਾਲੀ ਬਸੰਤ ਹੈ, ਦਿਨੇ ਵੀ ਬਸੰਤ, ਰਾਤ ਵੀ ਬਸੰਤ, ਹਰ ਸਵਾਸ ਦੇ ਵਿੱਚ ਬਸੰਤ ਹੈ। ਸਤਿਗੁਰੂ ਕਹਿੰਦੇ ਨੇ ਨਾਨਕ ਤਿਨਾ ਬਸੰਤ ਹੈ, ਕਿੰਨਾ? ਕਹਿੰਦੇ ਜਿਨ ਘਰ ਵਸਿਆ ਕੰਤ, ਜਿਹੜੇ ਹਿਰਦੇ ਘਰ ਵਿੱਚ ਹੈ ਤੇ ਸੇ ਅੱਜ ਪ੍ਰਗਟ ਹੋ ਗਿਆ, ਉਹਨਾਂ ਲਈ ਸਦਾ ਹੀ ਬਸੰਤ ਹੈ। ਔਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋ ਜੇ, ਜਿਨ ਕੈ ਅੰਤਰ ਦਿਸਾ ਪੁਰੇ, ਕਹਿੰਦੇ ਨੇ ਸੇ ਅਹਨਸ ਫਿਰੇ ਜਲੰਤ। ਹੁਣ ਕਹਿੰਦੇ ਜਿਨ੍ਹਾਂ ਦੇ ਘਰ ਉਹ ਪਰਿਪੂਰਨ ਪਰਮਾਤਮਾ ਹੈ, ਉਹਨਾਂ ਦੇ ਅੰਦਰ ਖੇੜਾ ਹੈ। ਤੇ ਜਿਨ੍ਹਾਂ ਦੇ ਅੰਦਰ ਜਿਨ ਕੈ ਕੰਤ ਦਿਸਾ ਪੁਰੀ,
ਸੇ ਅਹਨਸ ਫਿਰੇ ਜਲੰਤ, ਜਿਨ੍ਹਾਂ ਦੇ ਅੰਦਰ ਉਹ ਆਇਆ ਹੀ ਨਹੀਂ, ਪ੍ਰਗਟ ਹੀ ਨਹੀਂ ਹੋਇਆ, ਜਿਨ੍ਹਾਂ ਨੂੰ ਸਮਝ ਨਹੀਂ ਲੱਗੀ, ਉਹ ਫਿਰ ਦਿਨ ਰਾਤ ਸੜਦੇ ਵੀ ਨੇ। ਅੱਜ ਖੇੜਾ ਹੈ, ਅੱਜ ਆਨੰਦ ਹੈ। ਔਰ ਸਤਿਗੁਰੂ ਕਹਿੰਦੇ ਨੇ ਇਹ ਫੱਗਣ ਦਾ ਮਹੀਨਾ ਬੜਾ ਕੁਛ ਲੈ ਕੇ ਆਇਆ, ਬਸੰਤ ਦੀ ਰੁੱਤ ਲੈ ਕੇ ਆਇਆ। ਲੋਕ ਹੋਲੀ ਕਹਿੰਦੇ ਸਨ, ਹੋਲੀ ਲੈ ਕੇ ਆਇਆ, ਉਹ ਲੋਕ ਉਹਨੂੰ ਖੁਸ਼ੀ ਦੇ ਨਾਲ ਮਨਾਉਂਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸੱਚ ਦੀ ਹੋਲੀ ਹੈ ਉਹਨਾਂ ਦੀ, ਕਿ ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਹੋਲੀ ਨੂੰ ਹੋਲਾ ਮਹੱਲਾ ਕਹਿ ਦਿੱਤਾ ਸੀ ਕਿ ਹੋਏਗੀ ਲੋਕਾਂ ਦੀ ਹੋਲੀ। ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਹੋਲੀ ਵੀ ਹੈ ਤਾਂ ਉਹਨਾਂ ਦੀ ਹੈ ਜਿਨ੍ਹਾਂ ਦੇ ਅੰਦਰ ਸੱਜਣ ਪ੍ਰਗਟ ਹੋਇਆ ਹੈ, ਕਿਉਂਕਿ ਪੱਕਾ ਰੰਗ ਉਹਨਾਂ ਦੇ ਅੰਦਰ ਹੀ ਚੜ੍ਹਦਾ ਹੈ। ਉੱਥੇ ਪਾਵਨ ਬਚਨ ਕਹੇ, ਆਜ ਹਮਾਰੇ ਬਣੇ ਫਾਗ, ਫੱਗਣ ਦਾ ਮਹੀਨਾ ਆਇਆ ਤੇ ਕਰਨਾ ਕੀ ਹੈ, ਅੱਜ ਦਾ ਉਪਦੇਸ਼ ਕੀ ਹੈ। ਕਹਿੰਦੇ ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਤੇ ਪ੍ਰਭੂ ਦੇ ਸੰਗੀਆਂ ਦੇ ਨਾਲ, ਸੰਗਤ ਦੇ ਨਾਲ ਮਿਲ ਕੇ ਖੇਡਣਾ ਕੀ ਹੈ ਜੀ। ਇਹ ਬਾਹਰ ਦੇ ਰੰਗ ਨਹੀਂ ਪਾਉਣੇ। ਕਹਿੰਦੇ ਹੋਲੇ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਉਹ ਮੇਰੇ ਸੰਤ ਦੇਵ ਨੇ, ਗੁਰੂ ਨੇ, ਪਰਮੇਸ਼ਰ ਨੇ ਅੰਦਰ ਹੋਲੀ ਉਹ ਬਣਾ ਦਿੱਤੀ ਕਿ ਨਾਮ ਦਾ ਰੰਗ ਚੜ੍ਹ ਗਿਆ, ਅੰਦਰੋਂ ਪੱਕਾ ਰੰਗ ਟਿਕ ਗਿਆ। ਕਿਉਂਕਿ ਆਨੰਦ ਦਾ ਪਾਵਰ ਤੇ ਖੇੜਾ ਹੈ। ਤੇ ਜਦੋਂ ਅੰਦਰ ਖੇੜਾ ਹੋਵੇ ਫਿਰ ਹਰ ਵੇਲੇ ਬਸੰਤ ਹੈ, ਹਰ ਵੇਲੇ ਫਾਗ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀਆਂ ਸੋਹਣੀਆਂ 4 ਲਾਈਨਾਂ ਲਿਖੀਆਂ ਨੇ। ਇਹ ਆਨੰਦ ਤੇ ਇਸੇ ਆਨੰਦ ਨੂੰ ਕਹਿੰਦੇ ਨੇ ਖੇੜਾ। ਉੱਥੇ ਕਵਿਤਾ ਦਾ ਨਾਮ ਵੀ ਹੈ ਫੁੱਲ ਤੇ ਜੋਗੀ, ਕਿ ਖਿੜਿਆ ਹੋਇਆ ਫੁੱਲ ਸੋਹਣਾ ਬੜਾ ਲੱਗਦਾ ਹੈ। ਔਰ ਇੱਕ ਜੋਗੀ, ਜੋਗੀ ਉਹਨੂੰ ਕਹਿੰਦੇ ਨੇ ਜਿਹੜਾ ਸੁਰਤ ਕਰਕੇ ਜੁੜਿਆ ਹੋਇਆ ਹੈ। ਉਹ ਜੁੜਿਆ ਹੋਇਆ ਜੋਗੀ ਉਸ ਫੁੱਲ ਨੂੰ ਵੇਖ ਕੇ ਉਹਦੇ ਕੋਲ ਖਲੋ ਗਿਆ ਤੇ ਕੋਲ ਵੇਖ ਕੇ ਉਹਨੂੰ ਨਿਗਾਹ ਭਰ ਕੇ ਵੇਖ ਰਿਹਾ, ਤੱਕ ਰਿਹਾ। ਨਾਲ ਇੱਕ ਹੋਰ ਜੁੜਿਆ ਹੋਇਆ ਆਇਆ, ਪੁੱਛਦਾ ਕਿ ਫੁੱਲ ਨੂੰ ਇੰਨੇ ਭਰ ਕੇ ਨਜ਼ਰ ਦੇ ਨਾਲ ਕਿਉਂ ਵੇਖ ਰਿਹਾ ਹੈ। ਉਹ ਕਹਿੰਦਾ ਕਿ ਫੁੱਲ ਖਿੜਿਆ ਬੜਾ ਸੋਹਣਾ ਲੱਗਦਾ ਹੈ, ਔਰ ਇਸ ਫੁੱਲ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹ ਤੇਰਾ ਖੇੜਾ ਆਇਆ ਕਿਵੇਂ, ਕਿਉਂਕਿ ਇਹ ਆਨੰਦ ਨੂੰ ਖੇੜਾ ਕਿਹਾ ਨਾ, ਵੀ ਤੇਰੇ ਵਿੱਚ ਇਹ ਖੇੜਾ ਕਿਵੇਂ ਆ ਗਿਆ। ਔਰ ਉਸ ਫੁੱਲ ਨੇ ਭਾਵੇਂ ਉਹਦੇ ਕੋਲ ਜ਼ੁਬਾਨ ਤੇ ਨਹੀਂ, ਪਰ ਕਵੀ ਦੇ ਰੂਪ ਵਿੱਚ ਉਹ ਜ਼ੁਬਾਨ ਲਾਉਣਾ ਚਾਹੁੰਦਾ ਕਿ ਕਿਤੇ ਇਹਨੂੰ ਜ਼ੁਬਾਨ ਲੱਗ ਜੇ, ਬੋਲ ਕੇ ਜਵਾਬ ਦੇ। ਉਹ ਨਾਲ ਖਲੋਤਾ ਕਹਿੰਦਾ ਭਾਈ ਇਹ ਤੇ ਬੋਲ ਬੋਲ ਕੇ ਕੂ ਕੇ ਤੈਨੂੰ ਦੱਸ ਰਿਹਾ ਹੈ, ਤੈਨੂੰ ਸਮਝ ਨਹੀਂ ਆ ਰਹੀ। ਇਹਦਾ ਤੇ ਖੇੜਾ ਹੀ ਬੋਲ ਕੇ ਦੱਸ ਰਿਹਾ ਕਿ ਇਹਦਾ ਕੰਮ ਹੀ ਖਿੜਨਾ ਹੈ, ਕਿਉਂਕਿ ਇਹਦੇ ਅੰਦਰ ਹੀ ਖੇੜਾ ਹੈ, ਇਹਦਾ ਜੀਵਨ ਹੀ ਖੇੜਾ, ਇਹਦੇ ਅੰਦਰ ਆਨੰਦ ਪੈਦਾ ਹੋ ਗਿਆ ਹੈ। ਉੱਥੇ ਕਵਿਤਾ ਦੀਆਂ ਲਾਈਨਾਂ ਨੇ, ਕਹਿੰਦੇ ਖਿੜੇ ਫੁੱਲ ਨੂੰ ਜੋਗੀ ਸੀ ਇੱਕ ਧਿਆਨ ਨਿਆਣ ਪਿਆ ਭਰਦਾ। ਅਸਾਂ ਪੁੱਛਿਆ ਜੁੜਿਆ ਨੂੰ ਤੂੰ ਕਿਉਂ ਪਿਆ ਇਸ ਤੇ ਮਰਦਾ। ਜਿਹੜਾ ਜੋਗੀ ਧਿਆਨ ਨਾਲ ਵੇਖਦਾ ਉਹਨੂੰ ਪੁੱਛਦੇ ਨੇ ਤੈਨੂੰ ਇੰਨੀਆਂ ਅੱਖਾਂ ਭਰ ਭਰ ਕੇ ਵੇਖ ਰਹੇ ਇਹਦੇ ਉੱਤੇ ਮਰੀ ਜਾਂਦਾ ਹੈ ਕਿਉਂ। ਅੱਗੋਂ ਕਹਿੰਦਾ ਮੈਂ ਸੁਣੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ, ਇਹਦੇ ਤੋਂ ਸੁਣਨਾ ਚਾਹੁੰਦਾ ਕਿ ਖੇੜਾ ਕਿਵੇਂ ਆਇਆ। ਇਸ ਲਈ ਇਸ ਨੂੰ ਜੀਭ ਲਾਉਣ ਦਾ ਯਤਨ ਪਿਆ ਮੈਂ ਕਰਨਾ। ਪਰ ਅੱਗੋਂ ਉਹ ਜੁੜਿਆ ਹੋਇਆ ਕਹਿੰਦਾ ਭਾਈ ਚੁੱਪ ਜੀਭ ਤਾਂ ਬੁੱਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ। ਇਹ ਫੁੱਲ ਦੇ ਚੁੱਪ ਜੀਭ ਬੋਲ ਬੋਲ ਕੇ ਕਹਿ ਰਹੀ ਹੈ ਤੈਨੂੰ ਨਜ਼ਰ ਨਹੀਂ ਆ ਰਿਹਾ, ਤੈਨੂੰ ਸੁਣਾਈ ਨਹੀਂ ਦੇ ਰਿਹਾ। ਤੇ ਕੀ ਕਹਿ ਰਹੀ ਹੈ ਕਿ ਕੂਕ ਕੂਕ ਪਿਆ ਸੋਹਣਾ ਆਖੇ ਤਨ ਮਨ ਮੇਰਾ ਖੇੜਾ। ਮੇਰਾ ਤਾਂ ਜੀਵਨ ਹੀ ਖੇੜਾ ਹੈ, ਕਿਉਂਕਿ ਫੁੱਲ ਦਾ ਖੜਾ ਨਾ ਹੋਵੇ ਤਾਂ ਫੁੱਲ ਨੂੰ ਜਦੋਂ ਮੁਰਝਾ ਜੇ ਤੇ ਕਿਹਾ ਜਾਂਦਾ ਮਰ ਗਿਆ। ਮੇਰਾ ਤੇ ਤਨ ਮਨ ਹੀ ਖੇੜਾ ਹੈ ਔਰ ਖਿੜਨ ਖੜਾਵਣ ਬਾਜੋ ਸਾਨੂੰ ਹੋਰ ਸੁੱਤ ਨਹੀਂ ਹੈ ਰਾਈ। ਖੇੜੇ ਤੋਂ ਬਿਨਾਂ ਸਾਨੂੰ ਹੋਰ ਦੂਸਰਾ ਕੋਈ ਨਾ ਸੁਰਤ ਹੈ ਨਾ ਕਿਸੇ ਨਾਲ ਕੰਮ ਹੈ, ਖੇੜਾ ਹੀ ਹੈ। ਔਰ ਇਹ ਖੇੜਾ ਉਦੋਂ ਅੰਦਰ ਆਏਗਾ ਜਿੱਦਣ ਸੱਜਣ ਪ੍ਰਗਟ ਹੋ ਜਾਣਗੇ। ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਮਝਾਇਆ, ਕਹਿੰਦੇ ਫਲ ਗੁਣ ਆਨੰਦ ਉਪਾਰਜਣਾ।
ਇਹ ਆਨੰਦ ਉਪਜ ਗਿਆ, ਆਨੰਦ ਪੈਦਾ ਹੋ ਗਿਆ। ਤੇ ਸਤਿਗੁਰੂ ਜੀ ਇਹ ਆਨੰਦ ਹੈ ਕੈਸਾ? ਕਿਉਂਕਿ ਆਨੰਦ ਤੇ ਦੁਨੀਆ ਦੇ ਲੋਕ ਵੀ ਕਹਿੰਦੇ ਨੇ ਬੜਾ ਆਨੰਦ, 4 ਪੈਸੇ ਆ ਜਾਣ ਤੇ ਬੜਾ ਆਨੰਦ ਹੈ, ਘਰ ਵਿੱਚ ਸੁੱਖ ਸਹੂਲਤਾਂ ਵਾਧੂ ਹੋਣ ਤੇ ਕਹਿੰਦੇ ਨੇ ਬੜਾ ਆਨੰਦ ਹੈ। ਕਿ ਸਤਿਗੁਰੂ ਜੀ ਆਨੰਦ ਇਹੀ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਈ ਉਹ ਆਨੰਦ ਨਹੀਂ ਹੋ ਸਕਦਾ ਜਿੰਦੇ ਵਿੱਚੋਂ ਪਰਤ ਕੇ ਫਿਰ ਦੁੱਖ ਮਿਲਣਾ ਹੋਵੇ। ਜੇ ਸਹੂਲਤਾਂ ਨੂੰ ਆਨੰਦ ਕਹਾਂਗੇ, ਇਹਨਾਂ ਵਿੱਚੋਂ ਦੁੱਖ ਮਿਲਦਾ ਹੈ ਜੀ। ਰੁਪਈਆ ਪੈਸਾ ਭਾਵੇਂ ਖਤਮ ਨਾ ਹੋਵੇ, ਪਰ ਇੱਕ ਦਿਨ ਬੰਦੇ ਤੇ ਖਤਮ ਹੋ ਜਾਣਾ ਹੈ। ਫਿਰ ਕੀ ਕਹਾਂਗੇ? ਆਨੰਦ ਖਤਮ ਹੋ ਗਿਆ। ਜਿੱਦਣ ਪੈਸੇ ਰੁਪਈਏ ਕੋਲ ਆਏ ਸਨ ਉਦਣ ਕਹਿੰਦਾ ਸੀ ਆਨੰਦ, ਅੱਜ ਰੋ ਰੋ ਕੇ ਕਹਿ ਰਿਹਾ ਕਿ ਮੇਰੇ ਵਰਗਾ ਦੁਖੀ ਕੋਈ ਨਹੀਂ। ਫਿਰ ਆਨੰਦ ਹੈ ਕੀ ਜੀ? ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਆਨੰਦ ਸਾਹਿਬ ਦੇ ਵਿੱਚੋਂ ਸਮਝਾਇਆ ਵੀ, ਕਹਿੰਦੇ ਨਹੀਂ ਭਈ ਆਨੰਦ ਆਨੰਦ ਸਭ ਕੋ ਕਹੈ। ਇਵੇਂ ਕਹਿਣ ਨੂੰ ਤੇ ਆਨੰਦ ਸਾਰੇ ਕਹਿੰਦੇ ਨੇ, ਪਰ ਆਨੰਦ ਉਹ ਹੈ ਕਿ ਜਿਹੜਾ ਇੱਕ ਵਾਰੀ ਆ ਜਾਏ ਫਿਰ ਉਹ ਆਨੰਦ ਭਾਵੇਂ ਆਰਿਆਂ ਦੇ ਨਾਲ 2 ਟੁਕੜੇ ਵੀ ਹੋ ਜਾਣ, ਉਹ ਆਨੰਦ ਵਿੱਚੋਂ ਨਿਕਲਦਾ ਥੋੜ੍ਹੀ, ਜਾਂਦਾ ਥੋੜ੍ਹੀ ਹੈ। ਇੱਕ ਵਾਰੀ ਉਹ ਆਨੰਦ ਆ ਜਾਏ ਭਾਵੇਂ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਜਾਏ, ਜਿਉਂਦਿਆਂ ਜੀ ਸੜਦੇ ਜਾਂਦਾ ਪਰ ਆਨੰਦ ਵਿੱਚੋਂ ਨਿਕਲਦਾ ਨਹੀਂ, ਆਨੰਦ ਨਹੀਂ ਫਿਰ ਜਾਂਦਾ। ਇਹ ਆਨੰਦ ਦੀ ਸਮਝ ਕਿੱਥੋਂ ਲੱਗੇ? ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਦੀ ਸਮਝ ਵੀ ਗੁਰੂ ਤੋਂ ਪੈਣੀ ਹੈ। ਜਾਣਿਆ ਆਨੰਦ ਸਦਾ ਗੁਰ ਤੇ ਕਦੋਂ? ਕਹਿੰਦੇ ਜਦੋਂ ਕਿਰਪਾ ਕਰੇ ਪਿਆਰੇ, ਜਦੋਂ ਉਹ ਕਿਰਪਾ ਕਰੇਗਾ ਜਣਾ ਦੇਗਾ, ਸਮਝਾ ਦੇਗਾ। ਔਰ ਇਸ 12 ਮਾਹ ਦਾ ਸਮੁੱਚਾ ਭਾਵ ਸ਼ੁਰੂ ਤੋਂ ਵੀ ਕਿਰਪਾ ਮੰਗੀ ਤੇ ਅਖੀਰ ਤੇ ਅਰਦਾਸ ਬੇਨਤੀ ਕਰਕੇ ਵੀ ਕਿਰਪਾ ਹੀ ਮੰਗਦੇ ਨੇ ਕਿ ਕਿਰਪਾ ਕਰੋ ਹਰੇ। ਬਸ ਇਹ ਕਿਰਪਾ ਕਰਕੇ ਜਿੱਦਣ ਗੁਰੂ ਨੇ ਜਨਾ ਦਿੱਤਾ, ਇਹ ਆਨੰਦ ਉਧਰ ਆਉਣਾ ਹੈ। ਅੱਜ ਗੁਰੂ ਸਾਹਿਬ ਜੀ ਕਹਿੰਦੇ ਨੇ ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਜਦੋਂ ਸੱਜਣ ਗੁਰੂ ਅੰਦਰ ਪ੍ਰਗਟ ਹੋ ਜੇ ਆਨੰਦ ਉਪਜਦਾ ਹੈ। ਔਰ ਦੇਖੋ ਸਾਨੂੰ ਇਤਿਹਾਸ ਦੇ ਵਿੱਚੋਂ ਬੜੀਆਂ ਉਦਾਹਰਨਾਂ ਵੀ ਮਿਲਦੀਆਂ ਨੇ। ਸਤਿਗੁਰੂ ਦੀ ਬਾਣੀ ਤੇ ਸਪਸ਼ਟ ਕਰਦੀ ਹੈ, ਅੰਦਰ ਸੱਜਣ ਪ੍ਰਗਟ ਹੋਵੇ ਫਿਰ ਆਨੰਦ ਉਪਜਦਾ ਹੈ। ਔਰ ਇਹ ਆਨੰਦ ਫਿਰ ਸਦੀਵੀ ਹੁੰਦਾ ਹੈ। ਭਾਈ ਸੁਜਾਨ ਰਾਏ ਇੱਕ ਮੁਸਲਮਾਨ ਹੈ, ਵੈਦ ਹੈ। ਇਹ ਅਸਲ ਵਿੱਚ ਆਨੰਦ ਉਹਦੇ ਅੰਦਰ ਪੈਦਾ ਹੋਇਆ, ਉਪਜਿਆ। ਪਰ ਸੱਜਣ ਨੂੰ ਮਿਲਣ ਦੇ ਅੰਦਰ ਇੱਕ ਤਾਂਘ ਸੀ। ਬਚਪਨ ਦੇ ਵਿੱਚ ਮਾਂ ਪਿਓ ਚੜ੍ਹਾਈ ਕਰਕੇ ਔਰ ਤਾਏ ਨੇ ਤੇ ਤਾਈ ਨੇ ਦੀ ਪ੍ਰਤਪਾਲਣਾ ਕੀਤੀ। ਸੁਜਾਨ ਰਾਏ ਨਾਂ ਤੋਂ ਸਮਝ ਲੱਗਦੀ ਹੈ ਕਿ ਮੁਸਲਮਾਨ ਸੀ। ਪੜ੍ਹ ਲਿਖ ਕੇ ਤਾਏ ਨੇ ਨੂੰ ਵੈਦਗੀ ਵੀ ਸਿਖਾਈ, ਵੈਦ ਪੁਣਾ ਕਰਦਾ ਹੈ। ਪਰ ਹਰ ਵੇਲੇ ਜਿਹੜਾ ਹੈ ਅੰਦਰ ਇੱਕ ਉਹ ਸੱਜਣ ਜਿਹੜਾ ਪ੍ਰਗਟ ਹੋਣਾ ਹੈ, ਉਹਦੇ ਤਾਂਘ ਅੰਦਰ ਇੰਨੇ ਕੋ ਪੈਦਾ ਹੋਈ ਕਿ ਇਹ ਬਿਲਕੁਲ ਖਾਮੋਸ਼ ਤੇ ਚੁੱਪ ਰਹਿਣ ਲੱਗਿਆ। ਔਰ ਇਹ ਬੈਰਾਗ ਵੀ ਅਸਲ ਵਿੱਚ ਉਦਣ ਪ੍ਰਗਟ ਹੁੰਦਾ ਹੈ ਜਿੱਦਣ ਗੁਰੂ ਸਾਹਿਬ ਜੀ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਿੱਦਣ ਰਸਕ ਬਰਾਗੇ ਕੋਈ ਆਪ ਰਸ ਨਾਲ ਭਿੱਜਿਆ ਹੋਇਆ ਕੋਈ ਸੰਤ ਮਹਾਂਪੁਰਸ਼ ਮਿਲ ਜੇ, ਇਹ ਚੁੱਪ ਰਹਿੰਦਾ ਹੈ। ਔਰ ਤਾਏ ਨੂੰ ਲੱਗਦਾ ਕਿ ਸ਼ਾਇਦ ਇਹਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੈ, ਸ਼ਾਇਦ ਮਾਂ ਪਿਓ ਨਹੀਂ ਇਸ ਕਰਕੇ ਦੁਖੀ ਰਹਿੰਦਾ ਹੈ ਕਿ ਇਹਦਾ ਵਿਆਹ ਕਰਾ ਦਿੱਤਾ ਜਾਏ, ਹੋ ਸਕਦਾ ਧਿਆਨੇ ਲੱਗ ਜਾਏ। ਪਰ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਅਸਲ ਵਿੱਚ ਇਹ ਬਰਾਗ, ਇਹ ਦੁੱਖ ਦੁਨੀਆ ਦੇ ਲੋਕਾਂ ਦੇ ਨਜ਼ਰ ਵਿੱਚ ਤੇ ਹੋ ਸਕਦਾ ਹੈ। ਔਰ ਇਵੇਂ ਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਇਤਿਹਾਸ ਪੜ੍ਹਦੇ ਹਨ, ਮਾਤਾ ਤ੍ਰਿਪਤਾ ਜੀ ਨੂੰ ਵੀ ਲੱਗਦਾ ਹੈ ਕਿ ਮੇਰੇ ਪੁੱਤਰ ਨੂੰ ਕੋਈ ਰੋਗ ਲੱਗ ਗਿਆ, ਇਹ ਬੋਲਦਾ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕਰਦਾ। ਉੱਥੇ ਸਤਿਗੁਰੂ ਜੀ ਦੀ ਬਾਣੀ ਤੋਂ ਪਾਵਨ ਬਚਨ ਵੀ ਨੇ, ਵੈਦ ਨੂੰ ਵੀ ਬੁਲਾਇਆ ਜਾਂਦਾ ਹੈ। ਔਰ ਜਦੋਂ ਵੈਦ ਹਕੀਮ ਨਬਜ਼ ਨੂੰ ਟੋਲ ਟੋਲ ਕੇ ਵੇਖਦਾ ਹੈ
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ 'ਤੇ ਕਿਰਪਾ ਕਰਕੇ ਸਮਝਾਉਂਦੇ ਵੀ ਨੇ ਕਿ ਵੈਦ ਬੁਲਾਇਆ ਵੈਦ ਗੇ ਪਕੜ ਢੰਡੋਲੇ ਬਾਂਹ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਂ, ਕਿ ਇਹ ਨਬਜ਼ ਤੇਜ਼ ਹੌਲੀ ਚੱਲਣ ਵਾਲੀ ਤੇ ਬਿਮਾਰੀ ਨਹੀਂ, ਇਹ ਤਾਂ ਪੀੜ ਅੰਦਰ ਦੀ ਹੈ, ਬਰਾਗ ਅੰਦਰ ਦਾ ਹੈ। ਔਰ ਇੱਕ ਉਰਦੂ ਦੇ ਅਜੀਜ਼ ਨੇ ਉੱਥੇ ਬੜਾ ਸੋਹਣਾ ਲਿਖਿਆ ਵੀ ਹੈ, ਕਹਿੰਦੇ ਜਦੋਂ ਉਹ ਵੈਦ ਆਇਆ ਆ ਕੇ ਉਹਨੇ ਨਬਜ਼ ਪੜ੍ਹੀ ਤੇ ਗੁਰੂ ਸਾਹਿਬ ਜੀ ਵੈਦ ਨੂੰ ਹੱਸ ਕੇ ਕਹਿੰਦੇ ਨੇ ਕਿ ਵੈਦ ਜੀ ਇਸ ਨਬਜ਼ ਦੇ ਵਿੱਚੋਂ ਕੀ ਲੱਭੇਗਾ, ਕਿਉਂਕਿ ਨਬਜ਼ ਤੇ ਘੱਟ ਵੱਧ ਤਾਂ ਚੱਲਣੀ ਜੇ ਕੋਈ ਸਰੀਰ ਦੀ ਬਿਮਾਰੀ ਹੋਵੇ। ਇਹ ਬਿਮਾਰੀ ਨਹੀਂ, ਇਹ ਬਰਾਗ ਹੈ, ਤੇ ਜਿਹਨੂੰ ਬਿਮਾਰੀ ਵੀ ਸਮਝੇ ਇਹ ਅੰਦਰ ਦੀ ਹੈ। ਉੱਥੋਂ ਉਸ ਕਵੀ ਨੇ ਬੋਲ ਲਿਖੇ, ਕਹਿੰਦੇ वैद ने जब नब्ज पकड़ी तो आपने फौरन कहा नब्ज को क्या देखते हो, नब्ज में रखा है क्या। क्योंकि ये अंदर दा बराग है, ये बाहर दी नब्ज ते तां पता लगे जो कोई शरीर की बीमारी होवे। उत्थे सतगुरु जी ने कृपा की नाल समझाया कि वैद जी ये रोग जिहड़ा है ना ये तेरी समझ विच आउणा नहीं। कहते जिस मर्ज की जुस्तजू में नब्ज पे रखते हो हाथ, ये वो रोग नहीं, मुझे दर्द इश्क है और इश्क है मौला के साथ। ये इश्क दे पीड़ है, तो ये मजाजी इश्क नहीं, ये हकीकी इश्क है, उस खुदा दे नाल इश्क है। और ये इश्क उस सुजान राय के अंदर पैदा होया। घर वाले ने सोचा कि विआह करवा दिए, कुछ ध्याने लगे, शायद विआह भी होया, पुत्र हो गया, पर अंदर दे तड़प उसे तरह की अंदरों एक आवाज़ सुनाई दिंदी सी कि सुजान राय तेरी मंजिल सिर्फ इन्नी नहीं कि दवाइयां दे के लोगों के रोग दूर करने, तेरी मंजिल कुछ होर है, तेरे अंदर का अपना रोग किवें ठीक हो गए। कहते उस सुजान राय नूं एक मिलिया कवि मित्र से कविता लिखता से कोल आके बैठा गलबात की कि इन्नी विदवता इन्नी सोहनी मैं कविता लिखने वाला, पर कविता का कदरदान कोई नहीं। अज ना लोग कदर करते हैं और सरकारां ते करदी कोई नहीं, साडा सन्मान कोई नहीं। उन्हें दस्या कि कलगीधर पातशाह जी आनंदपुर साहिब की धरती ने कि जेड़े गरीबां नूं वाजदे ने वो सूरबीर योधियां नूं सन्मान दिंदे ने, नाल ही कविता लिखण वाले कवियां का भी बड़ा सत्कार करते हैं, वो कदर करते हैं। मैं तो अज चलिया उत्थे कि शायद मेरी कविता की कदर उत्थे ही पैनी है। और बस सुजान राय अंदर वो बैराग के पहलों विच जदों सुनिया कलगीधर पातशाह कि लग्या शायद मेरी मंजिल यही है, अंदर जो तड़फ होर तेज होगी। और देखो जिवें अग बलदी है ना, तो अग हमेशा उठती है उत्ते नूं। और कमाल की गल है समुंदर के विचों पानी निकलता है, बदलों तक जाता है, पर जदों बदलों चों पानी डिगदा है वो भजदा थल्ले। अग कदे थल्ले नूं नहीं भजेगी, क्यों अग का स्रोत सूरज है, उनके तड़प सूरज है, उन्हें सूरज तक पहुँचना है। पानी का स्रोत समुंदर है, भावें जिन्ने मर्जी उत्ते पहाड़ों पर डिग जाओ, उन्हें थल्ले नूं भजना है। और ये तड़प बिल्कुल अंदर दी सी, ये भजना, ये अंदर की दौड़, अंदर का वो बैराग एकदम लग्या कि यही मेरी मंजिल है। घर वालियां नूं कह दिता, क्योंकि रुपये पैसे की घाट कोई नहीं सी, पुत्र है, घर वाली है, कि तुसीं ख्याल रखियो। हुण मैं अपनी मंजिल वाल नूं चलिया, आनंदपुर साहिब नूं आए। धन गुरु कलगीधर पातशाह जी दे दूरों दर्शन किए और इस सुजान राय के अंदर इन्नी को ठंड पई कि जिन्हों धन गुरु अर्जन देव सच्चे पातशाह जी बाणी दे विच भी लिखते हैं और सुखमणी साहिब की बाणी में आप रोज़ पढ़ते हैं। भेटत संग राम गुण रवै, पार ब्रह्म के दरगह गवै। कहते गुरु साहब के दर्शन किए, जदों सुने बोल तो उत्थे धन गुरु अर्जन देव जी के बोल सच हुंदे पए सन
ਕਿ ਸੁਣਕਾਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤਿਆਨੇ। ਬਚਨ ਸੁਣ ਸੁਣ ਕੇ ਅੰਦਰ ਰੱਜ ਰਿਹਾ ਸੀ, ਦਰਸ਼ਨ ਕਰ ਕਰਕੇ ਅੰਦਰ ਮਨ ਸੰਤੋਖ ਦੇ ਵਿੱਚ ਆ ਰਿਹਾ ਸੀ। ਔਰ ਕੇਵਲ ਇੰਨਾ ਨਹੀਂ ਕਹਿੰਦੇ, ਪੂਰਾ ਗੁਰ ਅੱਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖਤ ਹੋਏ ਸੰਤ। ਜਦੋਂ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਪਈ ਕਿ ਅੰਦਰ ਸੰਤਾਂ ਵਾਲਾ ਗੁਣ ਤੇ ਪਹਿਲੇ ਸੀ, ਦ੍ਰਿਸ਼ਟੀ ਪੈਂਦਿਆਂ ਨਾਲ ਉਹ ਸੰਤ ਬਣ ਵੀ ਗਿਆ। ਅੰਦਰ ਬੈਰਾਗ ਸੀ ਕਿ ਜਿਵੇਂ ਬਹੁਤ ਸਮੇਂ ਤੋਂ ਕੋਈ ਰੁਕਿਆ ਹੋਇਆ ਪਾਣੀ, ਔਰ ਸ਼ਬਦ ਵਰਤਿਆ ਜਾਂਦਾ ਕੋਈ ਖੂਹ ਪੱਟੀਏ ਤੇ ਉਹ ਜਿਹੜਾ ਥੱਲੋਂ ਕੜ ਇੱਕਦਮ ਟੁੱਟਦਾ ਹੈ। ਬਸ ਇਵੇਂ ਜਿਵੇਂ ਕੋਈ ਕੜ ਟੁੱਟ ਗਿਆ, ਨੇਤਰਾਂ ਵਿੱਚੋਂ ਪਾਣੀ ਬੰਦ ਨਾ ਹੋਵੇ। ਕਿ ਸਤਿਗੁਰੂ ਜੀ ਮੇਰੀ ਮੰਜ਼ਿਲ ਇਹ ਹੈ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸੁਜਾਨ ਰਾਏ ਤੇਰੀ ਮੰਜ਼ਿਲ ਇਹ ਨਹੀਂ, ਚਲਾ ਜਾ ਤੂੰ। ਇੱਕਦਮ ਫਿਰ ਅੰਦਰ ਨੂੰ ਬਰਾਗ ਜਾਇਆ ਕਿ ਮੈਂ ਇੰਨੀ ਦੂਰੋਂ ਚੱਲ ਕੇ ਆਇਆ। ਗੁਰੂ ਸਾਹਿਬ ਜੀ ਕਹਿੰਦੇ ਨੇ, ਚਲਾ ਜਾ ਤੂੰ। ਸਤਿਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ। ਗੁਰੂ ਸਾਹਿਬ ਨੇ ਦੂਸਰੀ ਵਾਰੀ ਫਿਰ ਬਚਨ ਕਿਹਾ, ਸੁਜਾਨ ਰਾਏ ਚਲਾ ਜਾ ਤੂੰ। ਸੁਜਾਨ ਰਾਜ ਨੇ ਦੂਸਰੀ ਵਾਰ ਫਿਰ ਕਿਹਾ ਕਿ ਸਤਿਗੁਰੂ ਜੀ ਜਾਣ ਵਾਸਤੇ ਨਹੀਂ, ਮੈਂ ਤਾਂ ਸਮਾਉਣ ਵਾਸਤੇ ਆਇਆ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਜੇ ਸਮਾਉਣਾ ਚਾਹੁੰਦਾ ਨਾ ਫਿਰ ਹੁਣ ਤੀਸਰਾ ਬਚਨ ਮੋੜੀ ਨਾ, ਚਲਾ ਜਾ ਤੂੰ। ਹੱਥ ਜੋੜ ਕੇ ਕਿ ਸਤਿਗੁਰੂ ਜੀ ਜਾਵਾਂ ਕਿੱਥੇ? ਔਰ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਪਾਸੇ ਮੂੰਹ ਬਸ ਚਲਾ ਜਾ। ਜਾਣਾ ਕਿਤੇ ਮੰਜ਼ਿਲ ਮਿਲ ਜਾਏਗੀ, ਬਸ ਇੱਥੋਂ ਨਿਕਲ ਜਾ, ਭੱਜ ਜਾ। ਕਿਉਂਕਿ ਤੂੰ ਮਨੁੱਖਤਾ ਜਾ ਕੇ ਸੇਵਾ ਕਰ, ਤੈਨੂੰ ਐਡਾ ਵੱਡਾ ਗੁਣ ਰੱਬ ਨੇ ਦਿੱਤਾ ਵੈਦਗੀ ਦਾ। ਔਰ ਸੁਜਾਨ ਰਾਏ ਕਹਿੰਦੇ ਉੱਥੋਂ ਅਨੰਦਪੁਰ ਸਾਹਿਬ ਤੋਂ ਜਿਉਂ ਭੱਜਿਆ ਚੱਲਿਆ, ਇਹ ਸ਼ਾਮ ਤੱਕ ਰੋਪੜ ਦੇ ਨੇੜੇ ਪਹੁੰਚਿਆ। ਔਰ ਇੰਨਾ ਕੁ ਥੱਕ ਗਿਆ ਕਿ ਉੱਥੇ ਜਾ ਕੇ ਬੇਹੋਸ਼ ਹੋ ਕੇ ਡਿੱਗਿਆ। ਔਰ ਜਦੋਂ ਪਿੰਡ ਦੇ ਲੋਕਾਂ ਨੇ ਚੁੱਕਿਆ, ਪਾਣੀ ਪਿਆਇਆ, ਤਲੀਆਂ ਕੱਸੀਆਂ, ਪੁੱਛਿਆ ਭਈ ਆਇਆ ਕਿੱਥੋਂ ਹੈ, ਜਾਣਾ ਕਿੱਥੇ ਹੈ? ਤੇ ਇੱਕੋ ਗੱਲ ਕਹੀ ਕਿ ਭੇਜਣ ਵਾਲੇ ਨੇ ਭੇਜ ਦਿੱਤਾ ਹੈ, ਜਿੱਥੇ ਜਾਣਾ ਸੀ ਬਸ ਪਹੁੰਚ ਗਿਆ। ਬਸ ਜੇ ਮਦਦ ਕਰ ਸਕਦੇ ਹੋ ਤੇ ਇਹ ਮਦਦ ਕਰੋ, ਮੈਂ ਵੈਦ ਹਾਂ। ਜਿਹੜੀਆਂ ਬੂਟੀਆਂ ਜਾਣਦੇ ਦਵਾ ਦਿਓ, ਔਰ ਪਿੰਡ ਵਾਲਿਆਂ ਦੀ ਕਰਾਂਗੇ, ਕੋਈ ਥਾਂ ਟਿਕਾਣਾ ਦੇ ਦਿਓ। ਔਰ ਪਿੰਡ ਵਾਲਿਆਂ ਨੇ ਇੱਕ ਝੌਂਪੜੀ ਬਣਾ ਕੇ ਦਿੱਤੀ। ਇਹ ਕੁਝ ਸਮਾਂ ਤੇ ਝੌਂਪੜੀ ਦੇ ਵਿੱਚ ਬੈਠ ਕੇ ਜਿਉਂ ਗੁਰੂ ਗੁਰੂ ਲੱਗਿਆ ਜਪਣ। ਪਰ ਫਿਰ ਗੁਰੂ ਸਾਹਿਬ ਦੇ ਬਚਨ ਫਿਰ ਚੇਤੇ ਆਏ ਕਿ ਸੁਜਾਨ ਰਾਏ ਮਨੁੱਖਤਾ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ। ਸੇਵਾ ਕਰ। ਇਹ ਉੱਠਿਆ, ਜੜੀਆਂ ਬੂਟੀਆਂ ਲਿਆਇਆ, ਔਰ ਜਿਹੜਾ ਕੋਈ ਆਵੇ ਦਵਾਈ ਦੇਵੇ। ਔਰ ਦਵਾਈ ਦੇਣ ਤੋਂ ਪਹਿਲੋਂ ਇੱਕੋ ਗੱਲ ਕਹਿੰਦਾ ਸੀ, ਬੋਲ ਧੰਨ ਗੁਰੂ ਕਲਗੀਆਂ ਵਾਲਾ। ਇੰਨੀ ਉਹ ਗੱਲ ਕਹਿੰਦਾ ਸੀ, ਧੰਨ ਗੁਰੂ ਕਲਗੀਆਂ ਵਾਲਾ। ਗੁਰੂ ਦਾ ਨਾਮ ਜਪਾਉਣਾ, ਦਵਾਈ ਦੇਣੀ ਤੇ ਕਹਿਣਾ ਬੋਲ ਧੰਨ ਗੁਰੂ ਕਲਗੀਆਂ ਵਾਲਾ। ਤੈਨੂੰ ਠੀਕ ਕਲਗੀਆਂ ਵਾਲੇ ਨੇ ਕਰਨਾ ਹੈ। ਕਈ ਮਹੀਨੇ ਲੰਘ ਗਏ, ਔਰ ਸੰਗਤਾਂ ਉੱਥੋਂ ਜਦੋਂ ਲੰਘ ਕੇ ਜਾਂਦੀਆਂ ਨੇ ਗਰਮੀ ਦੇ ਦਿਨ 'ਚ, ਇਹ ਪਾਣੀ ਦੇ ਮਟਕੇ ਵੀ ਭਰ ਕੇ ਰੱਖਦਾ ਰਾਹ ਦੇ ਕੋਲ। ਨਾਲੇ ਪਾਣੀ ਪਿਆਉਂਦਾ, ਨਾਲੇ ਜਿਹੜਾ ਕੋਈ ਪਾਣੀ ਛਕਦਾ ਹੈ ਜਲ ਛਕਾਉਣ ਲੱਗੇ ਕਹਿੰਦਾ ਬੋਲ ਧੰਨ ਕਲਗੀਆਂ ਵਾਲਾ, ਧੰਨ ਗੁਰੂ ਕਲਗੀਆਂ ਵਾਲਾ। ਸੰਗਤਾਂ ਨੇ ਜਾ ਕੇ ਕਿਹਾ ਕਿ ਸਤਿਗੁਰੂ ਜੀ ਕੋਈ ਪੁੱਜੀ ਹੋਈ ਰੂਹ ਲੱਗਦੀ ਹੈ, ਨਾ ਪਤਾ ਨਹੀਂ, ਪਰ ਇੱਕੋ ਹੀ ਗੱਲ ਕਹਿੰਦਾ। ਪਾਣੀ ਪਿਆਉਣ ਲੱਗੇ ਵੀ ਕਹਿੰਦਾ ਧੰਨ ਕਲਗੀਆਂ ਵਾਲਾ, ਧੰਨ ਗੁਰੂ ਕਲਗੀਆਂ ਵਾਲਾ। ਦਵਾਈ ਦੇਣ ਲੱਗਿਆ ਵੀ ਕਹਿੰਦਾ ਠੀਕ ਹੋ ਜਾਏਗਾ, ਪਰ ਬੋਲ ਧੰਨ ਗੁਰੂ ਕਲਗੀਆਂ ਵਾਲਾ। ਉਹ ਵੈਦ ਵੀ ਹੈ। ਔਰ ਸਤਿਗੁਰੂ ਉੱਥੇ ਮੁਸਕਰਾ ਪਏ। ਜਦੋਂ ਮੁਸਕਰਾਏ, ਸਿੱਖਾਂ ਨੇ ਪੁੱਛਿਆ ਵੀ ਕਿ ਸਤਿਗੁਰੂ ਜੀ ਕੌਣ ਹੈ? ਗੁਰੂ ਸਾਹਿਬ ਜੀ ਨੇ ਦੱਸਿਆ ਕੁਝ ਨਹੀਂ। ਸਿੰਘਾਂ ਨੂੰ ਹੁਕਮ ਕੀਤਾ, ਚਲੋ ਚੱਲੀਏ ਰੋਪੜ ਨੂੰ। ਅੱਜ ਸੁਜਾਨ ਰਾਏ ਨੂੰ ਖਬਰ ਮਿਲੀ ਕਿ ਧੰਨ ਗੁਰੂ ਕਲਗੀਆਂ ਵਾਲਾ ਜਿਹਨੂੰ ਤੂੰ ਰੋਜ਼ ਜਪਣਾ ਨਾ, ਬੋਲ ਗੁਰੂ ਕਲਗੀਆਂ ਵਾਲਾ, ਉਹ ਗੁਰੂ ਕਲਗੀਆਂ ਵਾਲਾ ਅੱਜ ਇਸ ਪਾਸੇ ਨੂੰ ਆ ਰਿਹਾ ਹੈ। ਬਸ ਉਹ ਜਦੋਂ ਖਬਰ ਮਿਲੀ, ਸਾਰੀ ਰਾਤ ਜਿਵੇਂ ਤੜਫ ਤੜਫ ਕੇ ਕੱਢੀ ਦੀ ਹੈ, ਚੌਂਕੜਾ ਮਾਰਿਆ, ਨੀਂਦ ਕਿੱਥੇ ਕਿ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਉਣਾ, ਔਰ ਕਈ ਮਹੀਨਿਆਂ ਤੋਂ ਬਾਅਦ ਆਉਣਾ ਹੈ। ਅੰਦਰ ਚਾਹ ਇੰਨਾ ਸੀ ਕਿ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ।
मेरे प्रभु ने आना है। रात ते इंतजार विच कढ़ी ते जदों गुरु साहब जी कुछ नेड़े आए, खबर भी मिल गई कि पिछले पिंड तक आ गए ने। उधर एक माई आ गई, आके वैद सुजान राय के पैरों के विच पै गई कि मेरे नहू के कोई सूल ढिड दे विच उठिया ते इन्नी ज़्यादा पीड़ है, जे तू ना गया हो सकता उनकी मौत हो जाए। हुण सुजान राय एक बारी तो सोचता मेरे गुरु ने आना है, तो कई महीनों बाद दर्शन करने ने, और साढ़े वर्गे हुण तो छड्ड दिंदे ने सब कुछ, क्योंकि साडा प्यार कुछ उत्तों दा है। पर सतगुरु के बचन चेते करदा कि गुरु साहब ने कहा से मनुखता की सेवा ही गुरु की सेवा है, तो मेरा तो हुण धर्म ही सेवा है। जे गुरु कृपा करनगे किते रुक जान, वापस आउंदे दर्शन हो जान तो हो जान, पर सेवा करनी जरूरी है। नाल गया, उस बीबी नूं दवाई दित्ती जिहड़ी तड़फदी सी, दवाई नाल ठीक हुई। तो उत्थे भी एको गल कहंदा कि बोल धन गुरु कलगीआं वाला। जदों नूं नूं इह गल कही कि बोल धन गुरु कलगीआं वाला, तो वह माई कहंदे उस गुरु कलगीआं वाले दे असीं सिख हां कि वैद सुजैन राय तेनू गुरु कृपा करे भाग लाएगा। हुण वैद दवाई दे के वापस आया, आके वेखदा कि झुग्गी दे विच चार सवेरे भीड़ बड़ी है, कई लोग खड़े ने, ते दूरों वेख के विचार करदा कोई अमीर होएगा, कोई बादशाह होएगा, कोई बादशाह का वजीर होएगा, हो सकता उनका कोई रिश्तेदार बीमार हो गया होवे, क्योंकि वड्डे लोगों के नाल भीड़ आ जाती है। पर जदों अंदर आके देखिया कि धन गुरु कलगीधर पातशाह जी सुजान राय जो उस झोंपड़ी दे विच चौकड़ा मार के बैठे ने, सुजान राय आके चरणों दे विच डिग्गिया कि सतगुरु जी मेरे घर आप चल के आए। तो धन गुरु कलगीधर पातशाह ने उत्थे बचन कहे सन, सुजान राय केवल तेरे इस कुल्ली दे विच चल के नहीं आया, अज तो तेरे हिरदे दे विच भी मैं टिकांगा, क्योंकि फल गुण आनंद उपार्जन हर सज्जन प्रगटे आए, उदण हुक्म किया सी चला जा। सुजान राय अज तेनों मैं लै जाण वास्ते आया, अज तो तेरा घर मेरा घर ते मेरा घर तेरा घर, तेरे हिरदे विच निवास होएगा। वो सुजान राय ने आनंदपुर साहब आके खंडे बाटे की पौड़ रही और भाई सुजान सिंह बनया। और केवल बाहर की गल नहीं, धन गुरु अर्जन देव जी कहते हैं सज्जन अंदर भी प्रगट होंदे ने, अज भी होंदे ने। और आनंद ते सज्जन ये वक्खो वखरी नहीं, जिन्हों शब्द आप कह दें कि आनंद आ गया, जिदण आनंद आ गया उदण ही सज्जन ने प्रगट हो जाना है। तो एक बार वो प्रगट हो जाए फिर कितने दूर थोड़ी जाता है। फिर सतगुरु जी प्रगट होवे किवें? हुण अगला सवाल तो ये ना कि जे आनंद आउंदा है उदों प्रगट होंदा है, तो ये आनंद आवे किवें, सज्जन प्रगट होवे किवें? कि अपने आप हो जाएगा? गुरु साहब ने अगे समझाया नहीं भाई, संत सहाय राम के कर कृपा दिया मिलाए, जपण वाले संत सहाय जड़े ने राम नूं मिलाउण दे वास्ते मददगार हुंदे ने। संत जन मिलाउंदे ने, कर कृपा दिया मिलाए, संत गुरु ने कृपा की मिला दिता। और देखो कई बार बेनती की संत शब्द जो आवे ना, एक तो इस शब्द नूं बहुत जेडे साडे वीर ने वो नफरत नाल वेखदे ने। देखो इहदे विच शक कोई नहीं कि कर्म कांड अज और भेख ते पहरावा भरम जिहड़ा है ये हद तो ज़्यादा है। पर इहदा मतलब ये नहीं कि सारे ठग ही ने, सारे नूं बगल समाधि वाले कह दिए। ये पावन बचन बाबा कबीर जी ने कहे ने कि इवें दे जिहड़े भेखी ने उन्हां नूं बाबा कबीर जी कहंदे भी ने, गज साडे तै तै धोतियां तेरे पायण तग, गले जिना जप मालियां लोटे हथन बग, वो हर के संत न आखिए बनारस के ठग,
ਤੇ ਉਹ ਬਨਾਰਸ ਦੇ ਠੱਗ ਕੇਵਲ ਭਗਵੇ ਪਾਉਣ ਵਾਲੇ ਹੀ ਨਹੀਂ, ਕੇਵਲ ਗਲ ਵਿੱਚ ਮਾਲਾ ਪਾਉਣ ਵਾਲੇ ਹੀ ਨਹੀਂ, ਲੋਟੇ ਫੜਨ ਵਾਲੇ ਹੀ ਨਹੀਂ, ਉਹ ਠੱਗ ਅੱਜ ਸਾਡੇ ਪਹਿਰਾਵੇ ਵਿੱਚ ਵੀ ਬੜੇ ਨੇ। ਵੱਡੇ ਵੱਡੇ ਚੋਲੇ ਪਾ ਕੇ ਨਾਲ ਗੜਵਈ ਰੱਖ ਲਿਆ ਕਿ ਮੈਂ ਹੀ ਸੰਤ ਹਾਂ। ਸੰਤ ਕਿਸੇ ਕੱਪੜੇ ਦਾ ਨਾਂ ਨਹੀਂ, ਸੰਤ ਕਿਸੇ ਚੋਲੇ ਦਾ ਜਾਂ ਕਿਸੇ ਰੰਗ ਦਾ ਨਾਂ ਨਹੀਂ। ਤਾਂ ਹੀ ਤੇ ਭੱਟ ਸਾਹਿਬ ਜੀ ਕਹਿੰਦੇ ਸਨ, ਇਵੇਂ ਦੇ ਸੰਤ ਅਸੀਂ ਵੀ ਬੜੇ ਦੇਖੇ। ਕਹਿੰਦੇ ਰਹਿਓ ਹੋ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੇ ਤਪਸੇ ਇਹ ਮੁਖ ਪੰਡਤ ਮਿੱਠੇ। ਕਹਿੰਦੇ ਸੰਨਿਆਸੀ ਤਪਸੇ ਮੁਖੋ ਇਹ ਪੰਡਤ ਮਿੱਠੇ। ਬੜੇ ਤਪਸਵੀ ਵੇਖੇ, ਬੜੇ ਸੰਨਿਆਸੀ ਵੇਖੇ, ਮੂੰਹ ਤੋਂ ਬੋਲਦੇ ਬੜਾ ਮਿੱਠਾ ਮਿੱਠਾ ਨੇ, ਔਰ ਮਿੱਠਾ ਮਿੱਠਾ ਬੋਲ ਕੇ ਲੱਗਦਾ ਕਿ ਸ਼ਾਇਦ ਸੱਚਮੁੱਚ ਹੀ ਸੰਤ ਹੈ। ਪਰ ਕਹਿੰਦੇ ਨੇ ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚਿਓ ਲਾਇਓ, ਕਹਿ ਤੋ ਕਹਤੇ ਸੁਣੀ। ਉਹ ਮਿੱਠਾ ਮਿੱਠਾ ਬੋਲਣ ਵਾਲਿਆਂ ਨੂੰ ਬੜਿਆਂ ਨੂੰ ਸੁਣਿਆ, ਕਹਿਣੀ ਤਾਂ ਉਹਨਾਂ ਦੀ ਬੜੀ ਸੋਹਣੀ ਬੜੀ ਮਿੱਠੀ ਸੀ। ਪਰ ਕਹਿੰਦੇ ਰਹਿਤ ਕੋ ਖੁਸ਼ੀ ਨਾ ਆਇਓ, ਪਰ ਜਿੱਦਣ ਉਹਨਾਂ ਦੇ ਆਪਣੇ ਰਹਿਤ ਵੇਖੀ, ਆਪਣਾ ਜੀਵਨ ਵੇਖਿਆ, ਉਦਣ ਅੰਦਰ ਸੰਤੁਸ਼ਟੀ ਨਹੀਂ ਆਈ। ਕਿ ਤੇ ਸਿਰਫ ਕਹਿ ਕੇ ਲੋਕਾਂ ਨੂੰ ਸੁਣਾਉਣ ਵਾਲੇ ਨੇ। ਹਾਂ, ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਠੱਗ ਨੇ, ਸੰਤ ਨੇ, ਪਰ ਸੰਤ ਕੌਣ ਨੇ? ਕਿਉਂਕਿ ਪੁੱਛਣਾ ਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹਨਾਂ ਨਾਲ ਕਿ ਸੰਤ ਕੌਣ ਹੈ। ਸਤਿਗੁਰੂ ਕਹਿੰਦੇ ਨੇ ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਤੇ ਇਹ ਕਰੋੜਾਂ ਦੁੱਖ ਕੌਣ ਕੱਟ ਸਕਦਾ ਜੀ? ਨਾਮ। ਇਹਦਾ ਮਤਲਬ ਫਿਰ ਸੰਤ ਨਾਮ ਹੀ ਹੋਇਆ। ਤੇ ਨਾਮ ਕਿਹਨੂੰ ਕਿਹਾ ਗਿਆ ਹੈ? ਗੁਣ। ਇਹਦਾ ਮਤਲਬ ਸੱਜਣ ਫਿਰ ਗੁਣ, ਜਿਹੜਾ ਸੰਤ ਹੈ ਉਹ ਗੁਣ ਹੀ ਹੋਇਆ। ਸੰਤ ਪਹਿਰਾਵੇ ਦਾ ਨਾਮ ਨਹੀਂ, ਸੰਤ ਗੁਣ ਹੈ। ਔਰ ਕਹਿੰਦੇ ਸੰਤ ਉਹ ਹੈ ਜਿਹਦੇ ਅੰਦਰ ਇਹ ਗੁਣ ਆ ਜਾਵੇ ਕਿ ਸੂਰਬੀਰ ਬਚਨ ਕੇ ਬਲੇ, ਕੌਲਾ ਬਪਰੇ ਸੰਤੇ ਸ਼ਰੇ। ਉਹ ਬਚਨਾਂ ਦੇ ਸੂਰਬੀਰ ਨੇ, ਬਲੀ ਨੇ। ਔਰ ਸਤਿਗੁਰੂ ਜੀ ਕਹਿੰਦੇ ਨੇ ਉਹ ਹੀ ਸੰਤ ਨੇ। ਭਗਤ ਰਵਿਦਾਸ ਜੀ ਨੇ ਉਹਨਾਂ ਸੰਤਾਂ ਦੀ ਰੇਣ ਵੀ ਮੰਗੀ ਕਿ ਇਵੇਂ ਦੇ ਸੰਤ ਕਿਤੇ ਮਿਲ ਜਾਣ, ਉਹਨਾਂ ਦੀ ਸੰਗਤ ਮਿਲ ਜੇ। ਕਿਉਂਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਤੇ ਉਹ ਸੰਤ ਕਿਹੜੇ ਨੇ? ਭਗਤ ਰਵਿਦਾਸ ਜੀ ਕਹਿੰਦੇ ਨੇ ਸੰਤ ਤੁਝੇ ਤਨ ਸੰਗਤ ਪ੍ਰਾਣ। ਅਸਲ ਵਿੱਚ ਤੇਰਾ ਤਨ, ਤੇਰਾ ਦਿੱਤਾ ਹੋਇਆ ਤਨ ਹੀ ਸੰਤ ਹੈ। ਬੜਾ ਵੱਡਾ ਗੁਣ ਹੈ ਤੇਰੀ ਸੰਗਤ ਹੀ। ਸੰਗਤ ਵਿੱਚ ਮੈਨੂੰ ਸੰਤ ਨਜ਼ਰ ਆਉਂਦਾ, ਸੰਗਤ ਵਿੱਚ ਤੇਰੇ ਪ੍ਰਾਣ ਨੇ। ਸੰਤ ਕੌਣ ਹੈ? ਕਹਿੰਦੇ ਸੰਤ ਤੁਝੇ ਤਨ ਸੰਤ ਪ੍ਰਾਣ ਸੰਗਤ ਪ੍ਰਾਣ, ਸਤਿਗੁਰੂ ਗਿਆਨ ਜਾਣੈ ਸੰਤ ਦੇਵਾ ਦੇਵ। ਫਿਰ ਕਹਿੰਦੇ ਇਵੇਂ ਦੇ ਸੰਤਾਂ ਦੀ ਸੰਗਤ ਕਿਤੇ ਮਿਲ ਜੇ ਕਿ ਜਿਹੜੇ ਤੇਰੇ ਨਾਲ ਜੁੜੇ ਹੋਣ। ਉਹਨਾਂ ਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਸਹਾਈ ਰਾਮ ਕੇ। ਉਹਨਾਂ ਦੀ ਸੰਗਤ ਮਿਲ ਜੇ, ਉਹਨਾਂ ਸੰਤਾਂ ਦੀ ਜਿਹੜੀ ਕਥਾ ਦੇ ਵਿੱਚੋਂ ਰਸ ਮਿਲਦਾ ਹੈ ਉਹ ਰਸ ਮਿਲ ਜੇ। ਸੰਤ ਚ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝਾ ਦੀਜੈ। ਦੇਵਾ ਦੇਵ ਮਾਝਾ ਦਾ ਅਰਥ ਮੁਝੇ, ਮੈਨੂੰ। ਕਿਰਪਾ ਕਰੋ ਉਹਨਾਂ ਸੰਤਾਂ ਦੀ ਸੰਗਤ ਬਖਸ਼ੋ ਜਿਹੜੇ ਆਪ ਜੁੜੇ ਹੋਏ ਨੇ। ਔਰ ਫਿਰ ਬੇਨਤੀ ਕਰਦੇ ਉਹ ਸੰਤ ਹੈ ਗੁਣ, ਉਹ ਸੰਤ ਹੈ ਨਾਮ। ਜਿਨ੍ਹਾਂ ਦੇ ਅੰਦਰ ਇਹ ਸੰਤ ਟਿਕਿਆ ਹੋਇਆ, ਨਾਮ ਟਿਕਿਆ ਹੋਇਆ, ਉਹ ਸਹਾਈ ਹੁੰਦੇ ਨੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ, ਸੇਜ ਸੁਹਾਵੇ ਸਰਬ ਸੁਖ। ਹੁਣ ਦੁੱਖਾ ਨਾਹੀ ਜਾਏ। ਔਰ ਸੱਜਣ ਜਦੋਂ ਅੰਦਰ ਪ੍ਰਗਟ ਹੋ ਗਏ, ਜਪਣ ਵਾਲਿਆਂ ਦੀ ਸੰਗਤ ਦੀ ਕਿਰਪਾ ਦੇ ਨਾਲ ਉਹ ਮਿਲ ਗਏ। ਕਹਿੰਦੇ ਹੁਣ ਸੇਜ ਸੁਹਾਵੇ ਸਰਬ ਸੁਖ। ਇਹ ਸੇਜਾ, ਇਹ ਜੀਵਨ ਜਿਹੜਾ ਹੁਣ ਸੁਹਾਵਣਾ ਬਣ ਗਿਆ। ਔਰ ਹਰ ਥਾਂ ਤੋਂ ਹੁਣ ਸੁੱਖ ਹੀ ਸੁੱਖ ਹੈ। ਦੁੱਖਾ ਨਾ ਹੀ ਜਾਏ, ਦੁੱਖਾਂ ਦੀ ਹੁਣ ਥਾਂ ਹੀ ਨਹੀਂ। ਜਾਏ ਦਾ ਅਰਥ ਥਾਂ, ਕਿਉਂਕਿ ਕਿਤੇ ਥਾਂ ਹੋਵੇ ਤੇ ਬੰਦਾ ਕਿਸੇ ਦੂਸਰੇ ਨੂੰ ਥਾਂ ਦਿੰਦਾ ਹੈ ਨਾ।
ਭਈ ਥਾਂ ਹੈ ਹੀ ਨਹੀਂ, ਤੇ ਹੋਰ ਤੂੰ ਆ ਕੇ ਰਹਿਣਾ ਕਿੱਥੇ। ਉਦੋਂ ਫਿਰ ਅੰਦਰੋਂ ਇਹ ਆਵਾਜ਼ ਨਿਕਲਦੀ ਕਿ ਨਸ ਵੰਜੋ ਕਿਲ ਵੇਖੋ, ਕਰਤਾ ਘਰ ਆਇਆ, ਤੁਹਾਡੀ ਥਾਂ ਇੱਥੇ ਕੋਈ ਨਹੀਂ, ਹੁਣ ਭੱਜ ਜਾਓ। ਕਹਿੰਦੇ ਹੁਣ ਦੁੱਖਾ ਨਾਹੀ ਜਾਏ, ਇਚ ਪੁੰਨੇ ਵਡ ਭਾਗਣੇ, ਵਰ ਪਾਇਆ ਹਰ ਰਾਏ। ਵਰ ਪਤੀ ਪਰਮਾਤਮਾ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹੁਣ ਵੱਡੇ ਭਾਗਾਂ ਵਾਲੇ ਇਸ ਜੀਵ ਰੂਪੀ ਇਸਤਰੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਮਿਲ ਸਹੀ ਸਹੀਆਂ ਮੰਗਲ ਗਾਵਹੇ, ਗੀਤ ਗੋਬਿੰਦ ਅਲਾਏ। ਹੁਣ ਸੱਜਣ ਜਦੋਂ ਪ੍ਰਗਟ ਹੋ ਜਾਣ, ਮਿਲ ਸਹੀਆਂ, ਸਹੀਆਂ ਦਾ ਅਰਥ ਹੈ ਗੁਰਮੁਖ ਜਨਾਂ ਨੂੰ, ਜਪਣ ਵਾਲਿਆਂ ਨੂੰ ਮਿਲ ਕੇ ਉਸ ਗੋਬਿੰਦ ਦੇ ਗੀਤ ਗਾਉਂਦੇ ਨੇ, ਉਹ ਚੰਗੇ ਲੱਗਦੇ ਨੇ। ਮਿਲ ਸਹੀਆਂ ਮੰਗਲ ਗਾਵੇ, ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨ ਦਿਸੇ, ਕੋਈ ਦੂਜਾ ਲਵੇ ਨਾ ਲਾਏ। ਹੁਣ ਸੱਜਣ ਪ੍ਰਗਟ ਹੋ ਗਏ ਨੇ ਤੇ ਉਹਦੇ ਵਰਗਾ ਦੂਸਰਾ ਕੋਈ ਨਜ਼ਰ ਹੀ ਨਹੀਂ ਹੁੰਦਾ। ਔਰ ਇਹ ਕਹਿ ਲਈਏ ਕਿ ਹੁਣ ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਤੇ ਦੂਜਾ ਹੈ ਹੀ ਨਹੀਂ ਤੇ ਨਜ਼ਰ ਆਵੇ ਕਿੱਥੋਂ। ਔਰ ਨਾ ਹੀ ਦੂਜਾ ਕੋਈ ਨੇੜੇ ਲਾਉਂਦਾ ਹੈ। ਹਰ ਜਿਹਾ ਅਵਰ ਨ ਦਿਸੇ, ਕੋਈ ਦੂਜਾ ਲਵੇ ਨਾ ਲਾਏ। ਹਲਤ ਪਲਤ ਸਵਾਰਿਉਣ, ਨਿਸ਼ਚਲ ਦਿੱਤੀਆਂ ਨ ਜਾਏ। ਹੁਣ ਮੇਰੇ ਉਸ ਸੱਜਣ ਨੇ ਮੇਰਾ ਹਲਤ ਪਲਤ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਕਰ ਦਿੱਤਾ, ਸਵਾਰ ਦਿੱਤਾ ਹੈ। ਨਿਸ਼ਚਲ ਦਾ ਅਰਥ ਹੈ ਪੱਕੀ ਥਾਂ, ਪੱਕਾ ਟਿਕਾਣਾ। ਜਾਏ ਦਾ ਅਰਥ ਥਾਂ। ਨਿਸ਼ਚਲ ਦਿੱਤੀ ਉਹਨੂੰ ਜਾਏ। ਹੁਣ ਇਹ ਮਨ ਜਿਹੜਾ ਟਿਕਦਾ ਹੀ ਨਹੀਂ ਸੀ ਇੱਕ ਥਾਂ ਤੇ ਟਿਕ ਗਿਆ, ਪੱਕਾ ਟਿਕਾਣਾ ਦੇ ਦਿੱਤਾ। ਸੰਸਾਰ ਸਾਗਰ ਤੇ ਰੱਖਿਓਨ, ਬਹੁੜ ਨ ਜਨਮੈ ਧਾਏ। ਇਹ ਜਿਹੜਾ ਸੰਸਾਰ, ਬਿਖਮ ਸੰਸਾਰ, ਜਿਹਨੂੰ ਤਰਨਾ ਔਖਾ ਸੀ, ਕਿਰਪਾ ਕਰਕੇ ਇਹ ਸੰਸਾਰ ਤੋਂ ਵੀ ਬਚਾ ਲਿਆ, ਇਹਦੇ ਤੋਂ ਵੀ ਤਰਾ ਲਿਆ। ਤੇ ਜਨਮ ਮਰਨ ਬਹੁੜ ਨਾ ਜਨਮੈ ਧਾਏ। ਹੁਣ ਇਹ ਜਨਮ ਮਰਨ ਦੇ ਚੱਕਰ ਵੀ ਖਤਮ ਹੋ ਗਏ। ਜਿਹ ਬਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਸਤਿਗੁਰੂ ਜੀ, ਜੀਭ ਇੱਕ ਹੈ, ਅਨੇਕ ਗੁਣ, ਤੇਰੇ ਗੁਣ ਅਨੇਕਾਂ ਹੀ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੇਰੇ ਗੁਣ ਅਨੇਕਾਂ ਹੀ ਨੇ। ਤਰੇ ਨਾਨਕ ਚਰਣੀ ਪਾਏ। ਪਰ ਹਾਂ, ਇੰਨਾ ਭਰੋਸਾ ਹੋ ਗਿਆ ਕਿ ਜਿਹੜੇ ਤੇਰੀ ਚਰਨ ਵਿੱਚ ਆ ਕੇ ਸ਼ਰਨ ਵਿੱਚ ਪੈ ਜਾਣ, ਉਹ ਇਸ ਭਵ ਸਾਗਰ ਤੋਂ ਤਰੇ ਨੇ, ਉਹ ਤਰ ਜਾਂਦੇ ਨੇ। ਜਿਹ ਬਾਏਕ ਅਨੇਕ ਗੁਣ ਤਰੇ, ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਸੱਜਣ ਪ੍ਰਗਟ ਹੋਣ ਦਾ ਫਲ ਹੀ ਇਹ ਹੈ ਕਿ ਭਾਈ ਉਹਨੂੰ ਨਿਤ ਸਲਾਉਣਾ ਚਾਹੀਦਾ ਹੈ। ਤੇ ਉਹਨੂੰ ਸਲਾਉਣਾ ਚਾਹੀਦਾ, ਸਲਾਉਣਾ ਇਸ ਕਰਕੇ ਨਹੀਂ ਕਿ ਉਹ ਕਿਤੇ ਖੁਸ਼ ਹੋ ਜਾਊ, ਉਹਨੂੰ ਲਾਲਚ ਥੋੜ੍ਹੀ ਹੈ। ਕਹਿੰਦੇ ਜਿਹਨੂੰ ਇੱਕ ਤਿਲ ਭਰਦਾ ਵੀ ਤਮਾ ਨਹੀਂ, ਲਾਲਚ ਨਹੀਂ। ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਅਖੀਰ ਤੇ 1-2 ਮਿੰਟ 'ਚ ਅੱਖਰੀ ਅਰਥ ਕਰਕੇ ਸਮਾਪਤੀ ਕਰਨੀ। ਅਖੀਰਲੀ ਪੌੜੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਭਾਈ ਜਿਨ੍ਹਾਂ ਜਿਨ੍ਹਾਂ ਨੇ ਵੀ ਧਿਆਇਆ ਹੈ, ਜੀਵਨ ਵਿੱਚ ਅਸਲ ਵਿੱਚ ਸਾਰੇ ਕਾਰਜ ਉਹਨਾਂ ਦੇ ਪੂਰੇ ਹੋਏ ਨੇ। ਉਹ ਕਾਰਜ ਚਾਹੇ ਸੰਸਾਰੀ ਨੇ, ਚਾਹੇ ਪਰਮਾਰਥਿਕ ਨੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਜਿਨ੍ਹਾਂ ਦੇ ਅੰਦਰ ਸੱਜਣ ਪ੍ਰਗਟ ਹੋ ਜਾਣ, ਉਹਨਾਂ ਨੇ ਪੂਰੇ ਗੁਰੂ ਦੀ ਫਿਰ ਆਰਾਧਨਾ ਕੀਤੀ। ਤੇ ਜਿਹੜੇ ਪੂਰੇ ਗੁਰੂ ਨੂੰ ਆਰਾਧਦੇ ਨੇ, ਉਹ ਸੱਚੇ ਰੱਬ ਦੀ ਦਰਗਾਹ ਦੇ ਵਿੱਚ ਖਰੇ ਹੋ ਕੇ ਨਿਤਰਦੇ ਨੇ। ਸਰਬ ਸੁਖਾ ਨਿਧ ਚਰਣਹਾਰ, ਭੌਜਲ ਬਿਖਮ ਤਰੇ। ਬਿਖਮ ਭੌਜਲ, ਇਹ ਦੁੱਤਰ ਸਾਗਰ ਜਿਹੜਾ ਤਰਿਆ ਨਹੀਂ ਸੀ ਜਾਂਦਾ। ਕਹਿੰਦੇ ਸਰਬ ਸੁੱਖਾਂ ਨਿਧ ਚਰਨਹਾਰ, ਜਿੰਦੇ ਚਰਨਾਂ ਦੇ ਵਿੱਚ ਸਾਰੇ ਸੁੱਖ ਨੇ, ਸੁੱਖਾਂ ਦੇ ਖਜ਼ਾਨੇ ਨੇ, ਉਹਦੇ ਚਰਨਾਂ ਵਿੱਚ ਲੱਗ ਕੇ ਇਹ ਬਿਖਮ ਸਾਗਰ ਵੀ ਤਰ ਗਏ। ਪ੍ਰੇਮ ਭਗਤ ਤਿਨ ਪਾਈਆਂ, ਵਿਖਿਆ ਨਾਹੇ ਜਰੇ। ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਉਹਨਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕੀਤੀ। ਵਿਖਿਆ ਨਾਹੇ ਜਰੇ, ਇਹ ਜ਼ਹਿਰ ਰੂਪੀ ਵਿਸ਼ਿਆਂ ਦੀ ਜਿਹੜੀ ਅੱਗ ਹੈ, ਹੁਣ ਇਹ ਸੜਦੀ ਨਹੀਂ। ਕੂੜ ਗਏ ਦੁਬਦਾ ਨਸੇ, ਪੂਰਨ ਸੱਚ ਭਰੇ। ਅੰਦਰੋਂ ਕੂੜ ਚਲੇ ਗਏ, ਦੂਰ ਹੋ ਗਏ, ਦੁਬਦਾ ਖਤਮ ਹੋ ਗਈ, ਕਿਉਂਕਿ ਪੂਰੇ ਸੱਚ ਦੇ ਨਾਲ ਮਿਲ ਗਏ। ਅੰਦਰ ਪੂਰਨ ਤੌਰ ਤੇ ਸੱਚ ਭਰ ਗਿਆ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਇੱਕ ਧਰੇ। ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਹੁਣ ਉਸ ਕੇਵਲ ਪਾਰ ਬ੍ਰਹਮ ਨੂੰ ਸਿਮਰਦੇ ਨੇ।
ਅੰਦਰ ਏਕ ਧਰੇ ਕੇਵਲ ਅੰਦਰ ਇੱਕੋ ਨੂੰ ਟਿਕਾਇਆ ਹੈ। ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮੂਰਤ। ਇਹ ਮੂਰਤ ਸ਼ਬਦ ਆਮ ਤੌਰ 'ਤੇ ਵਰਤਿਆ ਜਾਂਦਾ ਹੈ ਕਿ ਦੇਖੋ ਕਿਹੜਾ ਮੂਰਤ ਸ਼ੁਭ ਹੈ। ਪੰਡਤ ਕੱਢਦੇ ਨੇ, ਪਰ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਵੀ ਜਿਨ੍ਹਾਂ ਦੇ ਅੰਦਰ ਉਹ ਸੱਜਣ ਪ੍ਰਗਟ ਹੋ ਜੇ, ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕਰ ਲਿਆ, ਉਹਨਾਂ ਲਈ ਹਰ ਮਹੀਨਾ ਹੀ ਸ਼ੁਭ ਹੈ, ਹਰ ਦਿਨ ਹੀ ਸ਼ੁਭ ਹੈ, ਹਰ ਮੁਹੂਰਤ ਹੀ ਭਲਾ ਹੈ। ਕਿਹਨਾਂ ਲਈ ਕਹਿੰਦੇ? ਜਿਸ ਕੋ ਨਦਰ ਕਰੇ, ਜਿਹਦੇ ਉੱਤੇ ਉਹ ਆਪਣੀ ਕਿਰਪਾ ਕਰਦੇ। ਅਖੀਰ ਤੇ ਗੁਰੂ ਸਾਹਿਬ ਜੀ ਫਿਰ ਕਿਰਪਾ ਕਰਕੇ ਇੱਕੋ ਹੀ ਮੰਗ ਮੰਗਦੇ ਨੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਔਰ ਸਤਿਗੁਰੂ ਜੀ ਨੇ ਲੜੀ ਐਸੀ ਪੁਰੋਈ ਕਿਰਪਾ ਤੋਂ ਹੀ ਸ਼ੁਰੂ ਕੀਤੀ ਤੇ ਕਿਰਪਾ ਤੇ ਅਖੀਰ ਕਰਦੇ ਨੇ। ਅਖੀਰ ਤਾਂ ਕਹਿੰਦੇ ਨੇ ਕਿਰਪਾ ਕਰੋ। ਨਾਨਕ ਮੰਗੈ ਦਰਸਦਾਨ, ਇੱਕੋ ਹੀ ਦਾਨ ਮੰਗਦਾ ਹੈ। ਔਰ ਗੁਰੂ ਕੇ ਸਿੱਖ ਨੇ ਵੀ ਉਹੀ ਦਾਨ ਮੰਗਣਾ ਜਿਹੜਾ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਉਹ ਦਰਸ ਦਾ ਦਾਨ ਹੈ। ਤੇਰੇ ਦਰਸ਼ਨਾਂ ਦੀ ਦਾਤ ਮਿਲੇ, ਤੂੰ ਅੰਦਰ ਆ ਕੇ ਪ੍ਰਗਟ ਹੋ ਜਾਵੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਰਾਗੀ ਸਿੰਘ ਜਥਾ ਆ ਚੁੱਕਿਆ ਹੋ, ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜੇਗਾ। ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।